ਸਾਹਿਬ ਜੀ। ਆਨੰਦ ਸੁਨੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਏ, ਤਰੇ ਸਗਲ ਰੋਗ ਸੰਤਾਪ ਉਤਰੇ। ਏ ਸੱਚੀ ਸੰਤ ਸਾਜਨ ਭੈ, ਪੁਨੀਤ ਕਹਿ ਪਵਿੱਤ। ਬਿਨਵੰਤ ਨਾਨਕ ਗੁਰ ਚਰਨ, ਬਿਨਵੰਤ ਨਾਨਕ ਗੁਰ ਚਰਨ। ਆਇਆ ਦੂਰੋਂ ਚੱਲ, ਮੈਂ ਥਕੀ ਥੋ, ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਜਿਉ ਬੁਲਾਵੈ ਤਿਉ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੁਖਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀ ਹੈ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੋ ਹਰ ਹਰ, ਨਾਚੰਤੀ ਨਾਚਨਾ। ਪਹਿਲ ਪੁਰਸਾ ਬਿਰਾ, ਅਥੋਨ ਪਰਸਾ ਦਮਰਾ। ਅਸਗਾ ਅਸ ਉਸਗਾ, ਹਰ ਕਾ ਬਾਗਰਾ। ਨਾਚੇ ਪਿੰਦੀ ਮੈਂ ਸਾਗਰਾ, ਪਹਿਲ ਪੁਰੀਏ ਪੁੰਡਰਕ ਵਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਤ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਗੁਰੂ ਦਰਬਾਰ ਦੇ ਅੰਦਰ ਬੈਠ ਕੇ ਸਤਿਗੁਰਾਂ ਦੇ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਸਾਹਿਬ ਨਾਮਦੇਵ ਜੀ, ਜੋ ਸ਼੍ਰੋਮਣੀ ਭਗਤ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਬਾਣੀ ਦਰਜ ਕਰਵਾਉਣ ਵਾਲੇ, ਤੋ ਉਹਨਾਂ ਦੀ ਜੋ ਉਚਾਰਨ ਕੀਤੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਹੈ,
ਉਸ ਬਾਣੀ ਦੀ ਵਿਚਾਰ ਆਪਾਂ ਪਿਛਲੇ ਦੀਵਾਨਾਂ ਤੋਂ ਸਰਵਨ ਕਰ ਰਹੇ ਹਾਂ। ਸੋ ਜਿਸ ਤਰ੍ਹਾਂ ਮਹਾਰਾਜ ਸਾਹਿਬ ਜੀ ਅੱਜ ਕਿਰਪਾ ਕਰ ਰਹੇ ਨੇ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਨ ਕਰੀਏ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਇਹ ਸਤ ਸੰਗਤ ਐਸੀ ਹੈ, ਜਿਹੜਾ ਇਹਦੇ ਨਾਲ ਮਿਲ ਜਾਂਦਾ ਉਹ ਸੰਸਾਰ ਤੋਂ ਤਰ ਜਾਂਦਾ ਹੈ। ਸੋ ਆਓ ਮਨ ਦਾ ਧਿਆਨ ਟਿਕਾਈਏ, ਆਪਣੀ ਰਸਨਾ ਨੂੰ ਵੀ ਪਵਿੱਤਰ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਤਨਾਸਰੀ ਰਾਗ ਦਾ ਨਾਮ ਹੈ। ਨਾਮਦੇਵ ਭਗਤ ਜੀ ਹਨ, ਜਿਨ੍ਹਾਂ ਦਾ ਸ਼ਬਦ ਆਪਾਂ ਸਰਵਨ ਕਰ ਰਹੇ ਹਾਂ। ਤੋ ਇਸੇ ਸ਼ਬਦ ਦੀ ਵਿਚਾਰ ਆਪਾਂ ਪਰਸੋਂ ਅਤੇ ਕੱਲ 2 ਦੀਵਾਨਾਂ ਵਿੱਚ ਸਰਵਨ ਕੀਤੀ ਹੈ। ਇਸੇ ਸ਼ਬਦ ਦੀ ਵਿਚਾਰ ਆਪਾਂ ਅੱਜ ਸਰਵਨ ਕਰਾਂਗੇ। ਤੋ ਨਾਮਦੇਵ ਭਗਤ ਜੀ ਜਿਵੇਂ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਪਾਂ ਇੱਕ ਇੱਕ 2 ਪੰਕਤੀਆਂ ਸ਼ਬਦ ਦੀਆਂ ਪਿਛਲੇ ਦੀਵਾਨਾਂ ਵਿੱਚ ਸਰਵਨ ਕਰ ਆਏ ਹਾਂ। ਤੋ ਅੱਜ ਜਿਵੇਂ ਉਪਦੇਸ਼ ਬਾਕੀ ਸ਼ਬਦ ਦਾ ਰਹਿੰਦਾ ਹੈ, ਉਹ ਆਪਾਂ ਸਰਵਨ ਕਰਾਂਗੇ। ਨਾਮਦੇਵ ਜੀ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਨਾਮਦੇਵ ਜੀ ਇਹ ਜਿਹੜਾ ਸ਼ਬਦ ਬਖਸ਼ਿਸ਼ ਕਰ ਰਹੇ ਨੇ, ਇਹਦੇ ਵਿੱਚ ਬਚਨ ਆ ਗਿਆ, ਨਾਮਦੇਵ ਦੇ ਗੁਰੂ ਜੀ ਦਾ ਨਾਮ ਗਿਆਨਦੇਵ ਹੈ। ਗੁਰੂ ਗਿਆਨਦੇਵ ਜੀ ਨਾਮਦੇਵ ਜੀ ਨੂੰ ਸਮਝਾਉਂਦੇ ਪਏ। ਸਮਝਾਉਣ ਵਾਸਤੇ ਉਦਾਹਰਨਾਂ ਦੇਣੀਆਂ ਜ਼ਰੂਰੀ ਨੇ। ਕਿਵੇਂ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਹਰਕਾ ਬਾਗਰਾ। ਨਾਮਦੇਵ ਇਹ ਨਿਸ਼ਚੈ ਕਰ ਵੀ ਇਹ ਜਿਹੜਾ ਸੰਸਾਰ ਹੈ ਨਾ, ਇਹ ਰੱਬ ਦਾ ਬਣਾਇਆ ਹੋਇਆ ਬਾਗ ਹੈ। ਜਿਵੇਂ ਬਾਗ ਦੇ ਵਿੱਚ ਕਈ ਤਰ੍ਹਾਂ ਦੇ ਬੂਟੇ ਹੁੰਦੇ, ਕਈ ਤਰ੍ਹਾਂ ਦੇ ਰੁੱਖ ਹੁੰਦੇ, ਕਈਆਂ ਨੂੰ ਫੁੱਲ ਲੱਗਦੇ, ਕਈਆਂ ਨੂੰ ਫਲ ਲੱਗਦੇ। ਕਿਸੇ ਦਾ ਆਕਾਰ ਵੱਡਾ ਹੁੰਦਾ, ਕਿਸੇ ਦਾ ਆਕਾਰ ਛੋਟਾ ਹੁੰਦਾ, ਕੋਈ ਦਵਾਈ ਬੂਟੀ ਵਾਸਤੇ ਵਰਤਿਆ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਨਾ, ਇਹਦੇ ਵਿੱਚ ਪ੍ਰਮਾਤਮਾ ਨੇ ਜੀਵਾਂ ਰੂਪੀ ਬੂਟੇ ਪੈਦਾ ਕੀਤੇ। ਕੋਈ ਵੱਡੇ ਕੱਦ ਕਾਠ ਵਾਲਾ ਊਠ ਵਰਗਾ ਹਾਥੀ ਵਾਲਾ ਬਣਾ ਦਿੱਤਾ, ਕੋਈ ਛੋਟੇ ਕੱਦ ਕਾਠ ਵਾਲਾ ਬੱਕਰੀ ਬਿੱਲਾ ਬਣਾ ਦਿੱਤਾ। ਕਿਸੇ ਵਿੱਚ ਕੋਈ ਗੁਣ ਭਰ ਦਿੱਤਾ, ਕਿਸੇ ਵਿੱਚ ਕੋਈ ਅਵਗੁਣ ਭਰ ਦਿੱਤਾ। ਇਹ ਰੱਬ ਨੇ ਬਾਗ ਬਣਾਇਆ ਹੋਇਆ ਇਹ ਸੰਸਾਰ। ਹਰਕਾ ਬਾਗਰਾ ਇਹ ਹਰੀਹਰ ਪਰਮਾਤਮਾ ਦਾ ਲਾਇਆ ਹੋਇਆ ਬਾਗ ਹੈ। ਨਾਚੈ ਪਿੰਧੀ ਮੈਂ ਸਾਗਰਾ। ਪਿੰਧੀ ਗੁਰਮੁਖੋ ਕਹਿੰਦੇ ਨੇ, ਜਿਹੜਾ ਹਲਟ ਹੁੰਦਾ ਨਾ ਖੂਹ, ਉਹਦੀਆਂ ਟਿੰਡਾਂ ਨੂੰ ਆਖਿਆ ਜਾਂਦਾ। ਅੱਜ ਸਮਾਂ ਬਦਲ ਗਿਆ, ਜ਼ਮਾਨਾ ਬਦਲ ਗਿਆ, ਤਰੀਕੇ ਬਦਲ ਗਏ। ਪਹਿਲੇ ਸਮੇਂ ਵਿੱਚ ਬਲਦਾਂ ਨੂੰ ਖੂਹ ਦੇ ਉੱਪਰ ਜੋੜਿਆ ਜਾਂਦਾ। ਜਦੋਂ ਬਲਦ ਚੱਲਦੇ ਸਨ ਤੇ ਉਹਦੇ ਨਾਲ ਖੂਹ ਚੱਲਦਾ ਹੈ, ਤੇ ਖੂਹ ਦੀਆਂ ਟਿੰਡਾਂ ਪਾਣੀ ਦੀਆਂ ਥੱਲਿਓਂ ਖੂਹ ਦੇ ਵਿੱਚੋਂ ਭਰ ਕੇ ਤੇ ਬਾਹਰ ਨੂੰ ਆਉਂਦੀਆਂ। ਜਿਵੇਂ ਜਿਵੇਂ ਬਾਹਰ ਨੂੰ ਆਉਂਦੀਆਂ, ਉਹ ਟਿੰਡਾਂ ਹਿੱਲਣ ਦੇ ਨਾਲ ਉਹਨਾਂ ਵਿੱਚ ਪਾਣੀ ਵੀ ਹਿੱਲਦਾ ਪਿਆ, ਹਰਕਤ ਕਰਦਾ ਪਿਆ। ਜਿਵੇਂ ਆਪਾਂ ਬਾਲਟੀ ਭਰ ਕੇ ਰੱਖ ਦਿੰਦੇ ਹਾਂ, ਹਿਲਾਈਏ ਨਾ ਤੇ ਉਹ ਪਾਣੀ ਬਿਲਕੁਲ ਸ਼ਾਂਤ ਹੈ, ਹਿੱਲਦਾ ਨਹੀਂ। ਪਰ ਖੂਹ ਦੀਆਂ ਟਿੰਡਾਂ ਦਾ ਪਾਣੀ ਸ਼ਾਂਤ ਨਹੀਂ ਆ, ਉਹ ਹਿੱਲਦਾ ਪਿਆ, ਹਰਕਤ ਕਰਦਾ ਪਿਆ। ਇਹ ਸਤਿਗੁਰੂ ਸਮਝਾਉਂਦੇ ਨੇ, ਕਹਿਣ ਲੱਗੇ ਭਾਈ, ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਗੁਰਮੁਖਾ ਜਲ ਨੱਚਦਾ ਹੈ, ਇਸੇ ਤਰ੍ਹਾਂ ਇਹ ਜਿਹੜੀਆਂ ਸਰੀਰਾਂ ਰੂਪੀ ਟਿੰਡਾਂ ਨੇ ਨਾ, ਇਹਦੇ ਵਿੱਚ ਪਰਮਾਤਮਾ ਰੂਪੀ ਜਲ ਜਿਹੜਾ ਉਹ ਚੇਸ਼ਟਾ ਕਰਦਾ ਪਿਆ, ਕ੍ਰੀੜਾ ਕਰਦਾ ਪਿਆ। ਖੂਹ ਦੀਆਂ ਟਿੰਡਾਂ ਵਿੱਚ ਪਾਣੀ ਹਰਕਤ ਕਰਦਾ ਹੈ, ਹਿਲਦਾ ਜੁਲਦਾ ਹੈ, ਕਦੇ ਡੁੱਲ ਜਾਂਦਾ, ਕਦੇ ਭਰ ਜਾਂਦਾ। ਇਸੇ ਤਰ੍ਹਾਂ ਇਹ ਜਿਹੜੇ ਸਰੀਰ ਨੇ ਨਾ ਸਾਡੇ ਬਣੇ ਹੋਏ, ਇਹਨਾਂ ਵਿੱਚ ਪਰਮਾਤਮਾ ਵੀ ਕ੍ਰੀੜਾ ਕਰਦਾ ਪਿਆ। ਕਦੇ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਤੇ ਸਰੀਰ ਮੁਰਦਾ ਹੋ ਜਾਂਦਾ ਹੈ, ਕਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੇ ਜਨਮ ਪ੍ਰਾਪਤ ਹੋ ਜਾਂਦਾ ਹੈ। ਕਦੇ ਇਹਨਾਂ ਸਰੀਰਾਂ ਵਿੱਚ ਰਹਿ ਕੇ ਦੁੱਖ, ਕਦੇ ਸੁੱਖ, ਇਹ ਸਭ ਕੁਝ ਉਹੀ ਕਰਦਾ ਪਿਆ ਹੈ। ਇਹ ਇੱਕ ਉਦਾਹਰਣ ਹੈ ਸਮਝਣ ਵਾਸਤੇ।
ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਭਰਿਆ ਹੋਇਆ ਪਾਣੀ ਹਰਕਤ ਕਰਦਾ ਹੈ, ਹਿਲਜੁਲ ਕਰਦਾ ਹੈ, ਇਸੇ ਤਰ੍ਹਾਂ ਉਹ ਪ੍ਰਮਾਤਮਾ ਸਰੀਰਾਂ ਰੂਪੀ ਟਿੰਡਾਂ ਵਿੱਚ ਬੈਠਾ ਹੋਇਆ ਹਰ ਵੇਲੇ ਚੇਸ਼ਟਾ ਕਰਦਾ ਪਿਆ, ਹਰ ਵੇਲੇ ਕ੍ਰੀੜਾ ਕਰਦਾ ਪਿਆ। ਇਹ ਸਰੀਰ ਵੱਧਦਾ ਹੈ, ਫੁੱਲਦਾ ਹੈ, ਜਵਾਨ ਹੁੰਦਾ ਹੈ, ਇਹ ਸਾਰਾ ਕੁਝ ਪਰਮਾਤਮਾ ਦੀ ਹੋਂਦ ਕਰਕੇ ਹੈ ਵੀ ਉਹ ਬੈਠਾ ਹੋਇਆ ਤੇ ਸਭ ਕੁਝ ਕਰਦਾ ਪਿਆ। ਇਹ ਸਤਿਗੁਰੂ ਜੀ ਸਮਝਾਉਂਦੇ ਪਏ ਹਨ। ਰਹਾਉ ਵਿਸ਼ਰਾਮ ਦੇ ਕੇ ਇਸੇ ਸ਼ਬਦ ਨੂੰ ਅੱਗੇ ਬਖਸ਼ਿਸ਼ ਕਰਦੇ ਹਨ। ਨਾ ਚੰਤੀ ਗੋਪੀ ਜਨਾ। ਉਹ ਪਰਮਾਤਮਾ ਦੀ ਗੁਰਮੁਖੋ ਚੇਤਨ ਸਤਾ ਹੋਣ ਕਰਕੇ ਗੋਪੀਆਂ ਨੱਚਦੀਆਂ ਪਈਆਂ। ਗੋਪੀਆਂ ਕਿਹੜੀਆਂ ਨੇ? ਇਹ ਸਾਡੇ ਸਰੀਰ ਦੀਆਂ ਇੰਦਰੀਆਂ, ਇਹ ਹਰਕਤ ਕਰਦੀਆਂ ਪਈਆਂ। ਅਸੀਂ ਬੈਠੇ ਹੋਏ ਹਾਂ, ਅੱਖਾਂ ਆਪਣੇ ਆਪ ਹੀ ਪਲਕਾਂ ਬੰਦ ਹੁੰਦੀਆਂ ਖੁੱਲ੍ਹਦੀਆਂ ਪਈਆਂ। ਅਸੀਂ ਬੈਠੇ ਹੋਏ ਹਾਂ, ਸਾਡੇ ਅੰਦਰ ਖੂਨ ਦਾ ਸਰਕਲ ਦੌੜਦਾ ਪਿਆ, ਸਾਡਾ ਦਿਲ ਧੜਕਦਾ ਪਿਆ। ਜਿੱਧਰ ਨੂੰ ਮਰਜ਼ੀ ਅਸੀਂ ਹੱਥ ਮੋੜ ਲੈਂਦੇ, ਉਂਗਲ ਮੋੜ ਲੈਂਦੇ, ਪੈਰ ਮੋੜ ਲੈਂਦੇ, ਗਰਦਨ ਮੋੜ ਲੈਂਦੇ। ਨਾ ਚੰਤੀ ਗੋਪੀ, ਇਹ ਜਿਹੜੀਆਂ ਗੋਪੀਆਂ ਨੇ ਨਾ ਸਾਡੇ ਸਰੀਰ ਦੀਆਂ ਇੰਦਰੀਆਂ, ਇਹ ਵੀ ਭਾਈ ਨਾਚ ਕਰਦੀਆਂ ਪਈਆਂ, ਇਹ ਵੀ ਕ੍ਰੀੜਾ ਕਰਦੀਆਂ ਪਈਆਂ। ਕ੍ਰੀੜਾ ਕੀ ਕਰਦੀਆਂ ਨੇ? ਵੀ ਹਰ ਵੇਲੇ ਹਰਕਤ ਵਿੱਚ ਰਹਿੰਦੀਆਂ ਹਨ। ਅਤੇ ਜਨਾਂ ਤੋਂ ਭਾਵ ਗੁਰਮੁਖੋ ਕਹਿੰਦੇ ਨੇ ਪੁਰਸ਼, ਪੁਰਸ਼ ਵੀ ਕ੍ਰੀੜਾ ਕਰਦੇ ਪਏ। ਜਿਹੜੇ ਨਰ ਨੇ ਉਹ ਵੀ ਕ੍ਰੀੜਾ ਕਰਦੇ ਪਏ, ਹਰਕਤ ਕਰਦੇ ਪਏ। ਜੋ ਮਾਦਾ ਨੇ ਉਹ ਵੀ ਹਰਕਤ ਕਰਦੀਆਂ ਪਈਆਂ। ਸਰੀਰ ਦੀਆਂ ਇੰਦਰੀਆਂ ਵੀ ਹਰਕਤ ਕਰਦੀਆਂ, ਔਰ ਇਸੇ ਤਰ੍ਹਾਂ ਜੀਵ ਵੀ ਹਰ ਵੇਲੇ ਹਰਕਤ ਕਰਦੇ ਪਏ। ਇਹ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ, ਫਿਰ ਫਰਮਾਉਂਦੇ ਹਨ। ਨਾ ਚੰਤੀ ਗੋਪੀ ਜਨਾ। ਇਹ ਜਿਹੜਾ ਜੰਨਾ ਸਾਡਾ ਅੰਤःਕਰਨ ਹਿਰਦਾ ਹੈ, ਇਸ ਹਿਰਦੇ ਵਿੱਚ ਪਰਮਾਤਮਾ ਦੀ ਚੇਤਨ ਸਤਾ ਹੈ। ਉਸ ਚੇਤਨ ਸਤਾ ਦੇ ਦੁਆਰਾ ਇਹ ਸਾਰਾ ਸਰੀਰ ਹਰਕਤ ਕਰਦਾ ਪਿਆ। ਉਹਦੇ ਉੱਪਰ ਇਹ ਸਾਡਾ ਸਰੀਰ ਹਰਕਤ ਕਰਦਾ ਪਿਆ। ਦਿਮਾਗ ਸੰਦੇਸ਼ ਦਿੰਦਾ ਪਿਆ, ਸਾਡੇ ਕਿੱਥੇ ਦਰਦ ਹੋ ਰਹੀ ਹੈ, ਕਿੱਥੇ ਖੁਰਕ ਖਾਰਿਸ਼ ਹੋ ਰਹੀ ਹੈ, ਕਿੱਥੇ ਸਾਨੂੰ ਗਰਮੀ ਮਹਿਸੂਸ ਹੋ ਰਹੀ ਹੈ, ਕਿੱਥੇ ਠੰਡ ਮਹਿਸੂਸ ਹੋ ਰਹੀ ਹੈ। ਇਹ ਸਭ ਕੁਝ ਸੰਦੇਸ਼ ਨੇ ਜੋ ਇੱਕ ਦੂਜੇ ਨੂੰ ਇਹ ਸਰੀਰ ਦਿੰਦਾ ਪਿਆ। ਕਹਿਣ ਲੱਗੇ ਨਾ ਚੰਤੀ ਗੋਪੀ ਜੰਨਾ, ਅੰਤःਕਰਨ ਦੇ ਵਿੱਚ ਪਰਮਾਤਮਾ ਗੁਰਮੁਖੋ ਵਸਿਆ ਹੋਇਆ, ਅਤੇ ਉਹਨਾਂ ਅੰਤःਕਰਨ ਦੇ ਵਿੱਚ ਵਸਣ ਕਰਕੇ ਪਰਮਾਤਮਾ ਦੇ ਇਹ ਜਿਹੜੀਆਂ ਸਾਡੀਆਂ ਗੋਪੀ ਇੰਦਰੀਆਂ ਨੇ, ਇਹ ਦੁੱਖ ਨੂੰ ਮਹਿਸੂਸ ਕਰ ਰਹੀਆਂ ਨੇ, ਸੁੱਖ ਨੂੰ ਮਹਿਸੂਸ ਕਰ ਰਹੀਆਂ ਨੇ, ਦਰਦ ਮਹਿਸੂਸ ਕਰ ਰਹੀਆਂ ਨੇ। ਕੋਈ ਸਾਡੀ ਉਂਗਲੀ ਨੂੰ ਮਰੋੜ ਦੇਵੇ ਜਾਂ ਉਂਗਲੀ ਦੇ ਉੱਪਰ ਕੋਈ ਭਾਰੀ ਚੀਜ਼ ਰੱਖ ਦੇਵੇ, ਸਾਨੂੰ ਦਰਦ ਮਹਿਸੂਸ ਹੁੰਦਾ, ਪੀੜ ਮਹਿਸੂਸ ਹੁੰਦੀ ਹੈ। ਪਰ ਇਹ ਸਭ ਕੁਝ ਕਿਉਂ ਹੋ ਰਿਹਾ? ਕਿਉਂਕਿ ਹਿਰਦੇ ਵਿੱਚ ਪਰਮਾਤਮਾ ਬੈਠਾ ਹੈ, ਉਹਦੀ ਚੇਤਨ ਸਤਾ ਕਰਕੇ ਦੁੱਖ ਤੇ ਸੁੱਖ ਪ੍ਰਾਪਤ ਹੁੰਦਾ ਹੈ। ਨਈਆ ਤੇ ਬਹਿਰੇ ਕੰਨਾ। ਉਹ ਨਈਆ ਕਿਹਾ ਜਾਂਦਾ ਪ੍ਰੇਰਕ ਨੂੰ, ਜਿਹੜਾ ਸਾਰਿਆਂ ਨੂੰ ਪ੍ਰੇਰਣ ਵਾਲਾ। ਭਗਤ ਨਾਮਦੇਵ ਦੇ ਜਿਹੜੇ ਗੁਰੂ ਨੇ, ਉਹਨਾਂ ਦਾ ਨਾਮ ਗਿਆਨਦੇਵ ਹੈ। ਗਿਆਨਦੇਵ ਜੀ ਕਹਿਣ ਲੱਗੇ, ਨਾਮਦੇਵ ਜਿਹੜਾ ਨਈਆ ਪ੍ਰੇਰਕ ਪਰਮਾਤਮਾ ਹੈ, ਪੈਰੇ ਤੋਂ ਭਾਵ ਹੁੰਦਾ ਉਹਦੇ ਤੋਂ ਬਿਨਾਂ। ਕੰਨਾ, ਕੰਨਾ ਤੋਂ ਭਾਵ ਨਹੀਂ ਹੈ ਕੋਈ ਦੂਜਾ। ਬੜਾ ਡੂੰਘਾਈ ਵਾਲਾ ਬਚਨ ਹੈ। ਜਿਹੜਾ ਸਾਰਿਆਂ ਨੂੰ ਪ੍ਰੇਰਨ ਵਾਲਾ ਪਰਮਾਤਮਾ, ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸ੍ਰਿਸ਼ਟੀ ਨੂੰ ਹਰਕਤ ਵਿੱਚ ਲੈ ਕੇ ਆਉਣ ਵਾਲਾ, ਉਹ ਕੌਣ ਹੈ? ਕੇਵਲ ਪਰਮਾਤਮਾ ਹੈ। ਜੇ ਪਰਮਾਤਮਾ ਨਾ ਹੋਵੇ, ਇਹ ਸ੍ਰਿਸ਼ਟੀ ਚੱਲ ਨਹੀਂ ਸਕੇਗੀ। ਇਹ ਰੁਕ ਜਾਏਗੀ, ਇਹ ਖੜ ਜਾਏਗੀ, ਇਹ ਖਤਮ ਹੋ ਜਾਏਗੀ। ਜੇ ਪਰਮਾਤਮਾ ਹੈ ਤਾਂ ਇਹ ਸ੍ਰਿਸ਼ਟੀ ਚੱਲਦੀ ਪਈ ਹੈ। ਪਰਮਾਤਮਾ ਤੇ ਰਹੇਗਾ ਆਉਣ ਵਾਲੇ ਸਮੇਂ ਵਿੱਚ, ਯੁੱਗਾਂ ਤੱਕ ਅਟੱਲ ਹੈ। ਪਰ ਇਹ ਸ੍ਰਿਸ਼ਟੀ ਅਟੱਲ ਨਹੀਂ ਹੈ, ਇਹ ਸਦਾ ਨਹੀਂ ਰਹਿਣ ਵਾਲੀ ਹੈ। ਮਹਾਰਾਜ ਕਹਿਣ ਲੱਗੇ ਨਈਆ ਤੇ ਬੈਰੇ ਕੰਨਾ। ਨਈਆ ਜਿਹੜਾ ਪ੍ਰੇਰਕ ਪਰਮਾਤਮਾ, ਬੈਰੇ ਉਹਦੇ ਤੋਂ ਬਿਨਾਂ। ਕੰਨਾ, ਨਹੀਂ ਹੈ ਕੋਈ ਦੂਜਾ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ। ਤੈਲ ਪੱਥਰ ਮੈਂ ਜੰਤ ਉਪਾਏ, ਕਾਕਾ ਰਿਜਕ ਆਗੈ ਕਰ ਧਰਿਆ। ਜੇ ਉਹਨੇ ਕੀੜਾ ਵੀ ਪੈਦਾ ਕੀਤਾ ਹੈ ਨਾ, ਤੇ ਕੀੜੇ ਦਾ ਇੰਤਜ਼ਾਮ ਕੀਤਾ ਵੀ ਇਹਨੂੰ ਜ਼ਿੰਦਗੀ ਕਿਵੇਂ ਦੇਣੀ ਹੈ।
ਨਿੱਕੇ ਤੋਂ ਨਿੱਕਾ ਜੀਵ ਪੈਦਾ ਕੀਤਾ, ਉਹਦਾ ਕੋਈ ਨਾ ਕੋਈ ਬਹਾਨਾ ਬਣਾਇਆ ਪਰਮਾਤਮਾ ਨੇ ਵੀ ਇਹਨੂੰ ਪਾਲਣਾ ਕਿਵੇਂ ਹੈ, ਇਹਨੂੰ ਅੱਗੇ ਵਧਾਉਣਾ ਕਿਵੇਂ ਹੈ। ਜੇ ਉਹ ਸਾਰਿਆਂ ਨੂੰ ਪਾਲਣ ਵਾਲਾ ਵਧਾਉਣ ਵਾਲਾ ਆਪ ਹੀ ਨਾ ਹੋਵੇ, ਫਿਰ ਇਹਨਾਂ ਨੂੰ ਪਾਲੇਗਾ ਕੌਣ, ਇਹ ਸ੍ਰਿਸ਼ਟੀ ਚੱਲੇਗੀ ਕਿਵੇਂ। ਕੁਝ ਲੋਕ ਇਹ ਗੱਲ ਕਹਿੰਦੇ ਨੇ, ਅੰਨ ਅੰਨ ਤੇ ਹੋਤ ਹੈ, ਘਾਹ ਘਾਹ ਤੇ ਹੋਏ, ਮਨੁੱਖ ਮਨੁੱਖ ਤੇ ਹੋਤ ਹੈ, ਅਵਰ ਨਾ ਦੁਤੀਆ ਕੋਏ। ਕਹਿਣ ਲੱਗੇ ਘਾਹ ਤੋਂ ਅੱਗੇ ਘਾਹ ਜੰਮਿਆ, ਪਰ ਘਾਹ ਤੋਂ ਅੱਗੇ ਘਾਹ ਤਾਂ ਹੀ ਜੰਮਿਆ ਨਾ ਜੇ ਪਿਛਲੇ ਘਾਹ ਵਿੱਚ ਤਾਕਤ ਹੈ, ਉਹਨੂੰ ਕੋਈ ਖੁਰਾਕ ਮਿਲਦੀ ਪਈ ਹੈ, ਤੇ ਤਾਂ ਹੀ ਅੱਗੇ ਘਾਹ ਹੋਰ ਪੈਦਾ ਹੋਇਆ ਨਾ। ਜੇ ਮੰਨ ਲਓ ਪਿਛਲਾ ਘਾਹ ਸੁੱਕ ਜਾਵੇ, ਉਹਨੂੰ ਪਾਣੀ ਨਾ ਮਿਲੇ, ਕੋਈ ਤਿਆਬ ਦੀ ਉੱਤੇ ਬਾਰਿਸ਼ ਕਰ ਦੇਵੇ, ਜਾਂ ਕੋਈ ਤੇਲ ਦੀ ਉੱਪਰ ਉਹਦੇ ਪਾ ਦੇਵੇ, ਤੇਲ ਪਾ ਦੇਵੇ, ਤੇ ਘਾਹ ਸੜ ਜਾਏਗਾ, ਵਧੇਗਾ ਕਿਵੇਂ। ਘਾਹ ਤਾਂ ਵਧਿਆ, ਉਹਨੂੰ ਤਾਕਤ ਮਿਲਦੀ ਪਈ ਹੈ। ਤਾਕਤ ਦੇਣ ਵਾਲਾ ਕੌਣ ਹੈ? ਪਰਮਾਤਮਾ, ਜਿਹੜਾ ਮਿੱਟੀ ਦੇ ਕਣ ਕਣ ਵਿੱਚ ਬੈਠਾ। ਇਸੇ ਤਰ੍ਹਾਂ ਕਹਿ ਦਿੰਦੇ ਅੰਨ ਤੋਂ ਅੰਨ ਪੈਦਾ ਹੁੰਦਾ, ਪਰ ਅੰਨ ਤੋਂ ਅੰਨ ਪੈਦਾ ਤਾਂ ਹੀ ਹੋਇਆ ਨਾ ਜੇ ਉਸ ਅੰਨ ਨੂੰ ਪੈਦਾ ਹੋਣ ਦੀ ਸ਼ਕਤੀ ਪਰਮਾਤਮਾ ਨੇ ਦਿੱਤੀ ਹੈ। ਇੱਕ ਨਗਰ ਦੇ ਵਿੱਚ ਗਏ ਨਾ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਤੇ ਇਸ ਨਗਰ ਦੇ ਇਲਾਕੇ ਦੇ ਲੋਕ ਇੰਦਰ ਦੀ ਪੂਜਾ ਕਰਦੇ। ਇੰਦਰ ਦੇਵਤਾ ਮੀਂਹ ਪਾਏਗਾ, ਧਰਤੀ ਭਿੱਜ ਜਾਏਗੀ, ਗਿੱਲੀ ਹੋ ਜਾਏਗੀ, ਫਿਰ ਅਸੀਂ ਬੀਜ ਬੀਜਾਂਗੇ, ਫਿਰ ਉਹ ਫਸਲ ਪੈਦਾ ਹੋਵੇਗੀ। ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗਏ, ਸਾਰੇ ਇਲਾਕੇ ਦੇ ਲੋਕ ਵਿਹਲੇ ਬੈਠੇ, ਕਿਸੇ ਨੇ ਬੀਜ ਨਹੀਂ ਬੀਜਿਆ। ਉਹਦਾ ਕਾਰਨ ਇਹ ਹੈ ਵੀ ਮੀਂਹ ਨਹੀਂ ਪਿਆ ਤੇ ਧਰਤੀ ਸੁੱਕੀ ਸੜੀ ਪਈ ਹੈ। ਸੁੱਕੀ ਸੜੀ ਧਰਤੀ ਵਿੱਚ ਬੀਜ ਪਾਵਾਂਗਾ, ਸੜ ਜਾਏਗਾ, ਸਾਰੇ ਕਿਸਾਨ ਜਾਣਦੇ। ਰਾਜੇ ਦੇ ਕੋਲ ਗਏ, ਰਾਜਾ ਮੀਂਹ ਨਹੀਂ ਪੈਂਦਾ ਪਿਆ। ਰਾਜਾ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਮੰਤਰ ਪੜਾਂਗਾ, ਕੋਈ ਜੱਗ ਕਰਾਂਗਾ, ਕੋਈ ਬਲੀ ਵਗੈਰਾ ਦੇਵਾਂਗਾ, ਮੀਂਹ ਪੈ ਜਾਏਗਾ। ਕਰਦਿਆਂ ਕਰਦਿਆਂ ਕਈ ਦਿਨ ਲੰਘ ਗਏ, ਪਰ ਮੀਂਹ ਨਹੀਂ ਬਣਿਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਖੇਤਾਂ ਵਿੱਚ ਜਾ ਕੇ ਕਿਸੇ ਦੇ ਬੈਠੇ ਇੱਕ ਜ਼ਿਮੀਂਦਾਰ ਆਇਆ ਨਮਸਕਾਰ ਕਰਨ ਵਾਸਤੇ। ਉਸ ਨੂੰ ਦੁਖੀ ਵੇਖ ਕੇ ਮਹਾਰਾਜ ਨੇ ਪੁੱਛਿਆ ਵੀ ਤੂੰ ਇੰਨੀ ਚਿੰਤਾ ਵਿੱਚ ਕਿਉਂ ਹੈ? ਕਹਿਣ ਲੱਗਾ ਮਹਾਰਾਜ ਕਾਰਨ ਇਹ ਹੈ ਵੀ ਮੀਂਹ ਨਹੀਂ ਪਿਆ, ਤੇ ਜਿੰਨਾ ਚਿਰ ਮੀਂਹ ਨਾ ਪਿਆ ਉਹਨਾਂ ਚਿਰ ਇਹ ਧਰਤੀ ਗਿੱਲੀ ਨਹੀਂ ਹੋਣੀ ਹੈ, ਤੇ ਧਰਤੀ ਦੇ ਉੱਪਰ ਪਾਣੀ ਨਾ ਪਿਆ ਤੇ ਸਾਡੇ ਬੀਜ ਨਹੀਂ ਉਗਣੇ। ਮਹਾਰਾਜ ਕਹਿਣ ਲੱਗੇ ਇਹ ਪਰਮਾਤਮਾ ਦੀ ਮਰਜ਼ੀ ਹੈ, ਅਕਾਲ ਪੁਰਖ। ਜੇ ਉਹ ਚਾਹਵੇ ਨਾ ਤੇ ਸੁੱਕੀ ਧਰਤੀ ਵਿੱਚੋਂ ਵੀ ਬੀਜ ਪੈਦਾ ਕਰ ਦਿੰਦਾ। ਤੂੰ ਸਾਡਾ ਬਚਨ ਮੰਨ, ਆਪਣੇ ਘਰ ਵਿੱਚ ਜਾ, ਜਿੰਨੇ ਕੁ ਦਾਣੇ ਨੇ ਲੈ ਕੇ ਆ। ਆਪਣੇ ਘਰ ਨੂੰ ਚੱਲ ਪਿਆ, ਘਰ ਜਿੰਨੇ ਕੁ ਦਾਣੇ ਨੇ, ਕਿਲੋ 2-4 ਕਿਲੋ ਲੈ ਕੇ ਤੁਰਨ ਲੱਗਾ। ਸੱਥ ਦੇ ਵਿੱਚ ਕੁਝ ਵਿਅਕਤੀ ਬੈਠੇ, ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਬੀਜ ਲੈ ਕੇ ਕਿੱਥੇ ਚੱਲਿਆ? ਮੈਂ ਫਸਲ ਬੀਜਣ ਲੱਗਾ। ਉਹ ਹੱਸ ਪਏ, ਕਹਿਣ ਲੱਗੇ ਮੂਰਖਾ, ਧਰਤੀ ਤੇ ਸੜੀ ਪਈ ਹੈ ਗਰਮੀ ਦੇ ਨਾਲ, ਇਹ ਤੇਰਾ ਬੀਜ ਵੀ ਸੜ ਜਾਣਾ, ਅੱਗੋਂ ਫਸਲ ਹੋਰ ਤੇ ਮਿਲਣੀ ਨਹੀਂ, ਜਿਹੜਾ ਘਰੋਂ ਲੈ ਕੇ ਚੱਲਿਆ ਇਹ ਵੀ ਬਰਬਾਦ ਹੋ ਜਾਣਾ। ਇਹ ਕੰਮ ਨਾ ਕਰ। ਤੈਨੂੰ ਇਹ ਕੰਮ ਕਿਹਨੇ ਆਖਿਆ? ਕਹਿਣ ਲੱਗਾ ਬਾਹਰ ਮੇਰੇ ਖੇਤਾਂ ਵਿੱਚ ਕੋਈ ਸਾਧੂ ਬੈਠਾ ਆ ਗਿਆ, ਉਹਨੇ ਮੈਨੂੰ ਆਖਿਆ ਵੀ ਇਸ ਤਰ੍ਹਾਂ ਕਰੇਗਾ ਤੇ ਤੈਨੂੰ ਅਨਾਜ ਮਿਲੇਗਾ। ਪਿੰਡ ਦੇ ਲੋਕਾਂ ਨੇ ਤੇ ਰੋਕਿਆ, ਪਰ ਗੁਰੂ ਪਾਤਸ਼ਾਹ ਤੇ ਸ਼ਰਧਾ ਹੋਣ ਕਰਕੇ ਮਹਾਰਾਜ ਦਾ ਪ੍ਰਭਾਵ ਇਹਦੇ ਉੱਪਰ ਪਿਆ। ਮਹਾਰਾਜ ਦੇ ਦਰਸ਼ਨ ਇਹਨੇ ਕੀਤੇ, ਪਿੰਡ ਵਾਲਿਆਂ ਦੀ ਗੱਲ ਨਹੀਂ ਸੁਣੀ, ਚੱਲ ਪਿਆ ਬੀਜ ਲੈ ਕੇ। ਥੋੜੀ ਜਿਹੀ ਧਰਤੀ ਗੋਡੀ ਹੈ, ਉਹਦੇ ਵਿੱਚ ਬੀਜ ਪਾ ਦਿੱਤਾ। ਸਤਿਗੁਰੂ ਕਹਿਣ ਲੱਗੇ ਚੱਲ ਤੂੰ ਆਪਣੇ ਘਰ ਦੇ ਕੰਮ ਕਾਰ ਕਰ, ਕੋਈ ਦਿਨਾਂ ਬਾਅਦ ਆਈ, ਇਹ ਤੇਰਾ ਬੀਜ ਖਰਾਬ ਨਹੀਂ ਹੋਵੇਗਾ। ਬੜੀ ਚਿੰਤਾ ਵਿੱਚ ਕੋਈ ਦਿਨ ਲੰਘੇ, ਪਤਾ ਨਹੀਂ ਬੀਜ ਉੱਗੇਗਾ ਕਿ ਨਹੀਂ। ਜਦੋਂ ਕੋਈ ਦਿਨਾਂ ਬਾਅਦ ਆਇਆ, ਕੀ ਵੇਖਦਾ ਹਰੀ ਹਰੀ ਫਸਲ ਜਿਹੜੀ ਹੈ ਨਾ ਖੇਤਾਂ ਵਿੱਚ ਖੜੀ ਹੋਈ ਹੈ, ਨਿੱਕੇ ਨਿੱਕੀ ਉਹਦੀ ਪੋਟ ਜਿਹੜੀ ਹੈ ਫੁੱਟੀ ਹੋਈ ਹੈ। ਬੜਾ ਹੈਰਾਨ ਹੋਇਆ, ਸਾਰੇ ਪਿੰਡ ਦੇ ਲੋਕਾਂ ਨੂੰ ਦੱਸਿਆ, ਸਾਰਾ ਪਿੰਡ ਇਕੱਠਾ ਹੋ ਕੇ ਚਲਾ ਗਿਆ। ਕੀ ਵੇਖਦੇ ਨੇ? ਸਾਰੇ ਖੇਤ ਸੁੱਕੇ ਸੜੇ ਪਏ ਗਰਮੀ ਦੇ ਨਾਲ, ਧਰਤੀ ਸੜੀ ਪਈ ਹੈ, ਪਰ ਜਿਹੜੇ ਕਿਸਾਨ ਨੇ ਬੀਜ ਪਾਇਆ ਹੈ ਉਹਦਾ ਖੇਤ ਹਰਿਆ ਭਰਿਆ, ਬੜੀ ਸੋਹਣੀ ਫਸਲ ਲਹਿਰਾ ਰਹੀ ਹੈ। ਸਾਰੇ ਜਾਣੇ ਵੇਖ ਕੇ ਬੜੇ ਹੈਰਾਨ ਹੋਏ, ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਦੇ ਮੱਥਾ ਟੇਕਿਆ।
ਮਹਾਰਾਜ ਨੇ ਪੁੱਛਿਆ, ਇਸ ਵਾਰੀ ਮੀਂਹ ਨਹੀਂ ਪਿਆ, ਤੁਸੀਂ ਮੀਂਹ ਪਵਾਉਣ ਵਾਸਤੇ ਕੀ ਕਰਦੇ ਹੋ? ਕਹਿਣ ਲੱਗੇ, ਜੀ ਅਸੀਂ ਰਾਜੇ ਨੂੰ ਬੇਨਤੀ ਕਰਦੇ, ਰਾਜਾ ਅੱਗੋਂ ਪੂਜਾ ਹਵਨ ਕਰਦਾ ਹੈ, ਫਿਰ ਬੱਦਲ ਆਉਂਦੇ ਨੇ, ਇੰਦਰ ਦੀ ਪੂਜਾ ਹੁੰਦੀ ਹੈ, ਤੇ ਫਿਰ ਮੀਂਹ ਪੈਂਦਾ, ਫਿਰ ਅਸੀਂ ਫਸਲਾਂ ਬੀਜਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੁਣ ਹਵਨ ਕਰਨ ਦੀ ਲੋੜ ਨਹੀਂ, ਕਿਸੇ ਇੰਦਰ ਨੂੰ ਪ੍ਰਸੰਨ ਕਰਨ ਦੀ ਲੋੜ ਨਹੀਂ, ਤੁਸੀਂ ਅਕਾਲ ਪੁਰਖ ਨੂੰ ਮੰਨਿਆ ਕਰੋ, ਜਿਹਨੇ ਸ੍ਰਿਸ਼ਟੀ ਬਣਾਈ ਹੈ, ਉਹਦਾ ਨਾਮ ਜਪਿਆ ਕਰੋ, ਅਰਦਾਸ ਬੇਨਤੀ ਉਹਦੇ ਅੱਗੇ ਕਰਿਆ ਕਰੋ, ਜਿਹੜਾ ਕੁਦਰਤ ਦੇ ਵਿੱਚ ਵਸਿਆ ਹੋਇਆ। ਜਦੋਂ ਮਹਾਰਾਜ ਨੇ ਬਚਨ ਕੀਤਾ ਵੀ ਕੁਦਰਤ ਵਿੱਚ ਵਸਿਆ ਹੋਇਆ, ਕਹਿਣ ਲੱਗੇ, ਮਹਾਰਾਜ ਕਿਵੇਂ ਵਸਿਆ, ਅਸੀਂ ਤੇ ਕਦੇ ਵੇਖਿਆ ਨਹੀਂ, ਜਾਂ ਤੇ ਸਾਨੂੰ ਵਿਖਾਓ ਵੀ ਇਹ ਵਸਿਆ ਕਿਵੇਂ ਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ, ਅਸੀਂ ਤੇ ਵੇਖਿਆ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਹ ਜਿਹੜੀ ਹਰੀ ਹਰੀ ਫਸਲ ਖਲੋਤੀ ਹੈ ਨਾ, ਉਹਦੇ ਕੁਝ ਬੂਟੇ ਮਹਾਰਾਜ ਨੇ ਪੱਟੇ, ਤੇ ਥੱਲੇ ਕੀ ਵਿਖਾਇਆ, ਬੜੇ ਲਾਲ ਰੰਗ ਦੇ ਅੰਗਾਰ ਮੱਚਦੇ ਪਏ, ਅੱਗ ਬਲਦੀ ਪਈ ਹੈ। ਵੇਖ ਕੇ ਬੜੇ ਹੈਰਾਨ ਹੋਏ, ਮਹਾਰਾਜ ਇਹ ਕੀ ਹੈ? ਉੱਪਰ ਤੇ ਹਰੀ ਹਰੀ ਫਸਲ ਹੈ, ਥੱਲੇ ਇੰਨੇ ਅੰਗਾਰ। ਮਹਾਰਾਜ ਕਹਿਣ ਲੱਗੇ, ਇਹੋ ਹੀ ਕੁਦਰਤ ਹੈ, ਉਹ ਪਰਮਾਤਮਾ ਐਸੀ ਕੁਦਰਤ ਸਾਜਦਾ, ਜੋ ਚਾਹਵੇ ਉਹ ਕਰ ਸਕਦਾ, ਪੈਦਾ ਸਭ ਕੁਝ ਉਹਦੇ ਤੋਂ ਹੁੰਦਾ ਹੈ। ਇਹ ਮਤਾਂ ਕੋਈ ਸੋਚ ਲਵੇ ਵੀ ਅੰਨ ਤੋਂ ਅੰਨ ਪੈਦਾ ਹੋਇਆ, ਨਹੀਂ, ਅੰਨ ਨੂੰ ਵੀ ਤਾਕਤ ਦੇਣ ਵਾਲਾ ਉਹ ਹੈ, ਮਿੱਟੀ ਨੂੰ ਵੀ ਤਾਕਤ ਦੇਣ ਵਾਲਾ ਉਹ ਹੈ। ਜੇ ਉਹ ਕਿਰਪਾ ਕਰਦਾ ਤੇ ਤਾਂ ਮਿੱਟੀ ਦੇ ਵਿੱਚੋਂ ਅੰਨ ਨਿਕਲਦਾ। ਕੁਝ ਲੋਕ ਆਖਦੇ, ਮਨੁੱਖ ਮਨੁੱਖ ਤੇ ਹੋਤ ਹੈ, ਬੰਦੇ ਤੋਂ ਅੱਗੇ ਬੰਦਾ ਪੈਦਾ ਹੋ ਜਾਂਦਾ, ਮਾਂ ਬਾਪ ਤੋਂ ਅੱਗੇ ਬੱਚੇ ਬਣ ਜਾਂਦੇ, ਸੰਸਾਰ ਚੱਲ ਪੈਂਦਾ। ਪਰ ਜੇ ਪਰਮਾਤਮਾ ਨਾ ਚਾਹਵੇ ਤੇ ਕੁਝ ਨਹੀਂ ਹੋ ਸਕਦਾ। ਜੇ ਪਰਮਾਤਮਾ ਚਾਹਵੇ ਤੇ ਤਾਂ ਹੀ ਅੱਗੇ ਸੰਤਾਨ ਪੈਦਾ ਹੁੰਦੀ ਹੈ। ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ, ਅਗਨੀ ਉਦਰ ਮਾਹ। ਜਠਰਾ ਅਗਨੀ ਜਿਹੜੀ ਪੇਟਦੀ ਹੈ, ਪਰਮਾਤਮਾ ਤੂੰ ਚਾਹਵੇਂ ਤੇ ਤਾਂ ਰੱਖਿਆ ਹੁੰਦੀ ਹੈ। ਤੇਰੇ ਤੋਂ ਬਿਨਾਂ ਕਿਹੜੀ ਤਾਕਤ ਹੈ ਜਿਹੜੀ ਉੱਥੇ ਰਕਸ਼ਾ ਕਰ ਸਕਦੀ ਹੈ, ਮਦਦ ਕਰ ਸਕਦੀ ਹੈ? ਅਸੀਂ ਤੇ ਇੱਕ ਆਮ ਲੋਕ ਹਾਂ। ਇੱਥੇ ਤੇ ਵੱਡੇ ਵੱਡੇ ਜਿਹੜੇ ਬਾਦਸ਼ਾਹ ਸਨ, ਉਹਨਾਂ ਨੂੰ ਵੀ ਪਰਮਾਤਮਾ ਅੱਗੇ ਫਰਿਆਦ ਕਰਨੀ ਪਈ। ਇਹ ਨਹੀਂ ਵੀ ਉਹਨਾਂ ਕੋਲ ਵੈਦ ਨਹੀਂ, ਹਕੀਮ ਨਹੀਂ, ਉਹਨਾਂ ਕੋਲ ਦਵਾਈਆਂ ਨਹੀਂ, ਉਹਨਾਂ ਕੋਲ ਮੰਤਰ ਪੜ੍ਹਨ ਵਾਲੇ ਨੇ। ਬਾਦਸ਼ਾਹ ਔਰੰਗਜ਼ੇਬ ਆਪਣੇ ਆਪ ਨੂੰ ਬੜਾ ਤਾਕਤਵਰ ਕਹਿੰਦਾ, ਵੀ ਮੇਰੇ ਵਰਗਾ ਤਾਕਤ ਵਾਲਾ ਕੋਈ ਨਹੀਂ, ਮੇਰੇ ਕੋਲ ਬੜੇ ਮੰਨੇ ਪ੍ਰਮੰਨੇ ਵੈਦ ਨੇ, ਮਹਿੰਗੀਆਂ ਮਹਿੰਗੀਆਂ ਔਸ਼ਧੀਆਂ, ਦਵਾਈਆਂ, ਨੁਸਖੇ ਮੇਰੇ ਵੈਦਾਂ ਦੇ ਕੋਲ ਨੇ, ਬੜੇ ਬੜੇ ਮੰਤਰ ਪੜ੍ਹਨ ਵਾਲੇ, ਕਾਲਾ ਇਲਮ ਜਾਣਨ ਵਾਲੇ, ਉਹ ਵੀ ਮੇਰੇ ਕੋਲ ਨੇ। ਪਰ ਔਰੰਗਜ਼ੇਬ ਦੀ ਬੇਗਮ ਜਿਹੜੀ ਹੈ, ਬੱਚੇ ਨੂੰ ਜਨਮ ਨਹੀਂ ਦੇ ਪਾ ਰਹੀ। ਬਾਬਾ ਰਾਮ ਰਾਏ ਜੀ, ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀਆਂ ਦੇ ਸਪੁੱਤਰ, ਉਹ ਵੀ ਦਿੱਲੀ ਵਿੱਚ ਨੇ। ਉੱਥੇ ਫਿਰ ਕਹਿਣਾ ਪਿਆ ਔਰੰਗਜ਼ੇਬ ਕਿ ਮੈਂ ਸਾਰੇ ਮੰਤਰ ਕਰ ਲਏ ਨੇ, ਸਾਰੀਆਂ ਦਵਾਈਆਂ ਵਰਤ ਲਈਆਂ ਨੇ, ਇੱਕ ਪੈਸੇ ਦਾ ਫਰਕ ਨਹੀਂ ਪਿਆ। ਬਾਬਾ ਰਾਮ ਰਾਏ ਤੂੰ ਫਰਿਆਦ ਕਰ, ਤੂੰ ਕੋਈ ਤਸਬੀਹ ਫੇਰ, ਤੂੰ ਕੋਈ ਖੁਦਾ ਦੇ ਅੱਗੇ ਜਾਚਨਾ ਕਰ, ਤੇਰਾ ਬਚਨ ਪੂਰਾ ਹੋਵੇਗਾ, ਕਿਉਂਕਿ ਤੂੰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਵਿੱਚੋਂ ਆਇਆ ਹੈ, ਤੂੰ ਗੁਰੂ ਪਾਤਸ਼ਾਹ ਦੀ ਕੁਲ ਦੇ ਵਿੱਚੋਂ ਹੈ, ਤੇਰੀ ਫਰਿਆਦ ਜ਼ਰੂਰ ਪੂਰੀ ਹੋਵੇਗੀ। ਇੰਨਾ ਭਰੋਸਾ ਔਰੰਗਜ਼ੇਬ ਨੂੰ। ਬਾਬਾ ਰਾਮ ਰਾਏ ਜੀਆਂ ਨੂੰ ਉਸ ਵੇਲੇ ਫਿਰ ਅਰਦਾਸ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ। ਬਾਲਕ ਦਾ ਜਨਮ ਹੋਇਆ। ਮਹਾਰਾਜ ਕਹਿਣ ਲੱਗੇ, ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੀ। ਜਿੱਥੇ ਕੋਈ ਦੀ ਕਿਸੇ ਦੀ ਵੀ ਤਾਕਤ ਨਹੀਂ ਨਾ ਪਹੁੰਚ ਸਕਦੀ, ਸਾਰੇ ਹੱਥ ਖੜੇ ਕਰ ਲੈਂਦੇ ਵੀ ਮੈਂ ਹੁਣ ਨਹੀਂ ਕੁਝ ਹੋ ਸਕਦਾ। ਔਰੰਗਜ਼ੇਬ ਦੇ ਕੋਲ ਡਾਕਟਰਾਂ ਹਕੀਮਾਂ ਦੀ ਕਮੀ ਨਹੀਂ ਹੈ, ਮੰਤਰ ਪੜ੍ਹਨ ਵਾਲਿਆਂ ਦੀ, ਟੂਣਾ ਕਰਨ ਵਾਲਿਆਂ ਦੀ, ਨਜ਼ਰ ਉਤਾਰਨ ਵਾਲਿਆਂ ਦੀ ਕਮੀ ਕੋਈ ਨਹੀਂ ਹੈ। ਸਾਰਾ ਕੁਝ ਕਰਨ ਦੇ ਬਾਵਜੂਦ ਵੀ ਆਪਣੇ ਘਰ ਪੁੱਤਰ ਨਹੀਂ ਲਿਆ ਸਕਿਆ। ਅੱਜ ਆਪਾਂ ਕਹਿ ਦਈਏ ਸਾਇੰਸ ਦਾ ਯੁੱਗ ਹੈ, ਬੜੀ ਬੜੀ ਤਰੱਕੀ, ਬੜੀਆਂ ਬੜੀਆਂ ਮਸ਼ੀਨਾਂ ਬਣ ਗਈਆਂ, ਪਰ ਜੇ ਪ੍ਰਮਾਤਮਾ ਚਾਹਵੇ ਤੇ ਤਾਂ ਹੀ ਸੰਸਾਰ ਪ੍ਰਾਪਤ ਹੁੰਦਾ। ਨਹੀਂ ਤੇ ਸਿਆਣੇ ਤੋਂ ਸਿਆਣਾ, ਮਾਹਰ ਤੋਂ ਮਾਹਰ ਡਾਕਟਰ ਵੀ ਜਿਹੜਾ ਖਾਲੀ ਹੋ ਜਾਂਦਾ, ਨਹੀਂ ਵੱਸ ਦੀ ਗੱਲ ਰਹਿੰਦੀ ਹੈ। ਮਹਾਰਾਜ ਕਹਿਣ ਲੱਗੇ,
ਇਹ ਮਨਮੁਖ ਲੋਕ ਇਹ ਗੱਲ ਕਹਿੰਦੇ ਨੇ ਵੀ ਘਾਹ ਤੋਂ ਘਾਹ ਪੈਦਾ, ਅੰਨ ਤੋਂ ਅੰਨ ਪੈਦਾ, ਬੰਦੇ ਤੋਂ ਬੰਦਾ ਪੈਦਾ ਹੁੰਦਾ, ਕੋਈ ਨਹੀਂ ਪੈਦਾ ਕਰਨ ਵਾਲਾ। ਪਰ ਮਹਾਰਾਜ ਕਹਿਣ ਲੱਗੇ ਨਹੀਂ, ਨਈਆ ਤੇ ਬੈਰੇ ਕੰਨਾ, ਪਰਮਾਤਮਾ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਦੁਨੀਆ ਨੂੰ ਚਲਾ ਸਕੇ, ਦੁਨੀਆ ਨੂੰ ਪੈਦਾ ਕਰ ਸਕੇ। ਉਹ ਤਾਕਤ ਦਿੰਦਾ ਹੈ ਤਾਂ ਹੀ ਘਾਹ ਅੱਗੇ ਘਾਹ ਬਣਾ ਦਿੰਦਾ ਹੈ, ਉਹ ਤਾਕਤ ਦਿੰਦਾ ਤਾਂ ਹੀ ਮਿੱਟੀ ਅੰਨ ਪੈਦਾ ਕਰਦੀ ਹੈ, ਉਹ ਤਾਕਤ ਦਿੰਦਾ ਹੈ, ਸਮਰੱਥਾ ਦਿੰਦਾ ਹੈ, ਹੁਕਮ ਦਿੰਦਾ ਹੈ, ਤੇ ਮਾਂ ਬਾਪ ਤੋਂ ਤਾਂ ਸੰਤਾਨ ਪੈਦਾ ਹੁੰਦੀ ਹੈ, ਉਹਦੇ ਹੁਕਮ ਦੇ ਬਿਨਾਂ ਕੁਝ ਨਹੀਂ। ਇਹ ਭਗਤ ਨਾਮਦੇਵ ਨੂੰ ਉਹਨਾਂ ਦੇ ਗੁਰੂ ਗਿਆਨਦੇਵ ਸਮਝਾਉਂਦੇ ਪਏ, ਕਹਿਣ ਲੱਗੇ ਨਾਮਦੇਵ, ਨਈਆ ਜਿਹੜਾ ਪ੍ਰੇਰਕ ਪਰਮਾਤਮਾ ਹੈ, ਬੈਰੇ ਤੋਂ ਭਾਵ ਉਹਦੇ ਤੋਂ ਬਗੈਰ ਕੰਨਾ ਕੋਈ ਦੂਜਾ ਹੈ ਹੀ ਨਹੀਂ, ਸ੍ਰਿਸ਼ਟੀ ਬਣਾਉਣ ਵਾਲਾ, ਚਲਾਉਣ ਵਾਲਾ, ਉਹ ਸਾਰਿਆਂ ਨੂੰ ਆਪ ਕਰਦਾ ਹੈ। ਜਦੋਂ ਐਸੇ ਮਾਂ ਵਾਕ ਹੈ ਨਾ ਗੁਰੂ ਗਿਆਨਦੇਵ ਨੇ, ਤੇ ਫਿਰ ਅੱਗੇ ਨਾਮਦੇਵ ਬਖਸ਼ਿਸ਼ ਕਰਦੇ ਹਨ। ਤਰਕ ਨਾ ਚਾ ਪਰਮਿਆ ਚਾ। ਉਸ ਵੇਲੇ ਭਗਤ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਗੁਰੂ ਜੀ ਮੈਨੂੰ ਇਹ ਉਪਦੇਸ਼ ਸੁਣ ਕੇ ਮਨ ਵਿੱਚ ਭਰਮ ਪੈਦਾ ਹੋ ਗਿਆ। ਤੁਸੀਂ ਆਖਦੇ ਹੋ ਕਿ ਪ੍ਰਮਾਤਮਾ ਤੋਂ ਬਗੈਰ ਕੋਈ ਦੂਜਾ ਹੈ ਹੀ ਨਹੀਂ, ਪਰ ਮੇਰੀ ਸਮਝ ਵਿੱਚ ਸਭ ਕੁਝ ਹੋਰ ਹੈ, ਮੈਂ ਤੇ ਕੁਝ ਹੋਰ ਮੰਨਦਾ, ਹੋਰ ਕੁਝ ਜਾਣਦਾ। ਤੇ ਉਸ ਵੇਲੇ ਗੁਰੂ ਗਿਆਨਦੇਵ ਨੇ ਆਖਿਆ, ਕਹਿਣ ਲੱਗੇ ਨਾਮਦੇਵ ਤਰਕ ਨਾ ਚਾ, ਤਰਕ ਨਾ ਕਰ ਗੁਰੂ ਦੇ ਉਪਦੇਸ਼ ਦੇ ਉੱਪਰ। ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਕਹਿੰਦਾ। ਆਪਾਂ ਕੱਲ ਬਚਨ ਸਰਵਣ ਕੀਤਾ ਸੀ ਕਿ ਇੱਕ ਸ਼ਰਧਾ ਜਿਹੜੀ ਹੈ ਨਾ, ਸ਼ਰਧਾ ਇਹ ਹੁੰਦੀ ਹੈ ਜੋ ਮੇਰਾ ਗੁਰੂ ਕਹਿ ਰਿਹਾ ਉਹ ਠੀਕ ਹੈ, ਇਹ ਹੋਵੇਗਾ, ਹੋਵੇਗਾ, ਨਾ ਹੋਣ ਵਾਲਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿੰਨੀਆਂ ਸਾਖੀਆਂ ਕੱਲ ਆਪਾਂ ਇਤਿਹਾਸ ਵਿੱਚ ਸਰਵਣ ਕੀਤੀਆਂ ਸਨ। ਸ਼ਰਧਾ ਤੋਂ ਭਾਵ ਇਹ ਹੁੰਦਾ ਵੀ ਗੁਰੂ ਦਾ ਬਚਨ ਸੱਤ ਹੈ, ਇਹ ਪੂਰਾ ਹੋਵੇਗਾ। ਉਹੀ ਬਚਨ ਇੱਥੇ ਨਾਮਦੇਵ ਦੇ ਗੁਰੂ ਕਰਦਾ, ਕਹਿਣ ਲੱਗੇ ਭਰਮੀਆਂ ਚਾ, ਤੂੰ ਇਹ ਗੱਲ ਕਹਿ ਰਿਹਾ ਵੀ ਉਪਦੇਸ਼ ਸੁਣ ਕੇ ਸਾਡੇ ਮਨ ਵਿੱਚ ਭਰਮ ਪੈਦਾ ਹੋ ਗਿਆ, ਪਰ ਤਰਕ ਨਾ ਚਾ, ਨਾਮਦੇਵ ਤਰਕ ਨਾ ਕਰ ਗੁਰੂ ਦੇ ਉਪਦੇਸ਼ ਦੇ ਉੱਪਰ, ਉਸ ਉਪਦੇਸ਼ ਨੂੰ ਮੰਨਣਾ ਕਰ। ਤੇ ਜਦੋਂ ਇਹ ਬਚਨ ਕੀਤਾ ਤੇ ਫਿਰ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਗੁਰੂ ਜੀ ਤਰਕ ਮੈਂ ਕਿਵੇਂ ਨਾ ਕਰਾਂ, ਮੇਰੇ ਮਨ ਵਿੱਚ ਤੇ ਸੰਸ਼ੇ ਪੈਦਾ ਹੋ ਰਹੇ ਨੇ, ਭਰਮ ਅੱਗੇ ਤੋਂ ਅੱਗੇ ਹੋਰ ਪੈਦਾ ਹੋ ਰਿਹਾ, ਤੇ ਤੁਸੀਂ ਆਖਦੇ ਹੋ ਵੀ ਮੈਂ ਭਰਮ ਨਾ ਕਰਾਂ। ਇਹ ਬਚਨ ਜਿਹੜਾ ਹੈ ਜੋ ਮੇਰੇ ਮਨ ਵਿੱਚ ਆਇਆ ਉਹ ਮੈਂ ਆਪ ਜੀ ਨੂੰ ਦੱਸਿਆ ਹੈ। ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜਿਓ। ਉਸ ਵੇਲੇ ਨਾਮਦੇਵ ਜੀ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਜੀ ਭ੍ਰਮ ਭ੍ਰਮ ਆਏ ਤੁਮਚੇ ਦੁਆਰਾ। ਇਹ ਜਿਹੜਾ ਸ਼ਬਦ ਹੈ ਨਾ ਮਹਿੰਗਾ ਹੈ, ਮਹਿੰਗੇ ਤੋਂ ਭਾਵ ਇਹ ਆ ਵੀ ਪੜ੍ਹਨਾ ਕਠਿਨ ਹੈ। ਜਿਵੇਂ ਆਪਾਂ ਕਹਿ ਦਿੰਦੇ ਨਾ ਸੰਸਾਰ ਵਿੱਚ ਆਹ ਕੰਮ ਬੜਾ ਔਖਾ ਹੈ, ਇਹ ਨਹੀਂ ਕੋਈ ਕਰ ਸਕਦਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਉਦੋਂ ਇਹ ਸ਼ਬਦ ਨਹੀਂ ਵਰਤਿਆ ਜਾਂਦਾ ਵੀ ਇਹ ਗੁਰਬਾਣੀ ਬੜੀ ਔਖੀ ਹੈ, ਉਦੋਂ ਬਚਨ ਇਹ ਵਰਤਿਆ ਜਾਂਦਾ ਵੀ ਇਹ ਬੜੀ ਮਹਿੰਗੀ ਹੈ। ਜਿਹੜਾ ਸ਼ਬਦ ਨਾਮਦੇਵ ਦਾ ਨਾ ਕਾਫੀ ਮਹਿੰਗਾ, ਬੜੇ ਇਹਦੇ ਅੰਤਰੀਵ ਤੇ ਡੂੰਘੇ ਅਰਥ ਨੇ, ਤਾਂ ਆਪਾਂ ਇਹ ਸ਼ਬਦ ਸਰਵਨ ਕਰ ਲੱਗਿਆ। 3 ਦਿਨ ਜਿਹੜੇ ਸਨ ਆਪਾਂ ਨੂੰ ਤਾਂ ਲੱਗੇ ਨੇ ਵੀ ਚੰਗੀ ਤਰ੍ਹਾਂ ਸਮਝ ਆ ਜਾਵੇ। ਇਹਦੇ ਵਿੱਚ ਫਿਰ 99 ਅਰਥ ਕਰਨੇ ਪੈਂਦੇ। 99 ਅਰਥ ਤੋਂ ਗੁਰਮੁਖੋ ਭਾਵ ਇਹ ਹੁੰਦਾ ਹੈ, ਮੰਨ ਲਓ 2 ਪੰਕਤੀਆਂ ਨੇ ਜਾਂ 4 ਪੰਕਤੀਆਂ ਨੇ। ਵੈਸੇ ਆਪਾਂ ਕਥਾ ਸਰਵਣ ਕਰਦੇ ਹਾਂ, ਪਹਿਲਾਂ ਆਪਾਂ ਪਹਿਲੀ ਪੰਕਤੀ ਦੇ ਅਰਥ ਸਰਵਣ ਕਰਾਂਗੇ, ਫਿਰ ਦੂਜੀ ਦੇ ਕਰਾਂਗੇ, ਫਿਰ ਤੀਜੀ ਦੇ, ਫਿਰ ਚੌਥੀ ਦੇ, ਇੱਦਾਂ ਆਪਾਂ ਚੱਲੀਦਾ। ਪਰ 99 ਅਰਥ ਵਿੱਚ ਮਤਲਬ ਹੁੰਦਾ ਹੈ, ਹੋ ਸਕਦਾ ਤੁਹਾਨੂੰ ਚੌਥੀ ਪੰਕਤੀ ਦਾ ਪਹਿਲਾ ਅਰਥ ਕਰਨਾ ਪਵੇ, ਜਾਂ ਤੁਹਾਨੂੰ ਤੀਜੀ ਪੰਕਤੀ ਦਾ ਪਹਿਲਾ ਅਰਥ ਕਰਨਾ ਪਵੇ, ਫਿਰ ਬਾਅਦ ਵਿੱਚ ਦੂਜੀ ਪੰਕਤੀ ਆਵੇ ਉਹਨੂੰ ਖੋਲ੍ਹਣ ਵਾਸਤੇ। ਅਗਲੀਆਂ ਪਿਛਲੀਆਂ ਪੰਕਤੀਆਂ ਨੂੰ ਜੋੜ ਕੇ, ਅਗਲੇ ਪਿਛਲੇ ਸ਼ਬਦਾਂ ਨੂੰ ਜੋੜ ਕੇ ਫਿਰ ਅਰਥ ਕਰਨਾ ਸਮਝਣ ਵਾਸਤੇ, ਉਹਨੂੰ ਕਿਹਾ ਜਾਂਦਾ 99 ਅਰਥ ਕਰਨੇ। ਮੰਨ ਲਓ 4 ਪੰਕਤੀਆਂ ਨੇ, 4 ਵਿੱਚੋਂ ਪਹਿਲਾਂ ਤੀਜੀ ਚੁੱਕ ਲੈਣੀ ਹੈ, ਉਹਦਾ ਅਰਥ ਕਰਕੇ ਫਿਰ ਦੂਜੀ ਦੇ ਕਰਨੇ, ਜਾਂ ਚੌਥੀ ਚੁੱਕ ਕੇ ਪਹਿਲੀ ਦੇ, ਭਾਵ ਕਿ ਉਲਟੇ ਪਾਸਿਓਂ ਲੱਗਣਾ ਅਰਥ ਸਮਝਣ ਵਾਸਤੇ, ਉਹਨੂੰ 99 ਅਰਥ ਕਿਹਾ ਜਾਂਦਾ। ਫਿਰ ਟਿਕਾਉਣਾ ਪੂਰੇ ਤਰ੍ਹਾਂ ਦੇ ਨਾਲ।
ਇਹਦੇ ਵਿੱਚ ਪੰਕਤੀ ਆਉਂਦੀ ਹੈ, ਭ੍ਰਮ ਭ੍ਰਮ ਆਏ ਤੁਮਚੇ ਦੁਆਰਾ। ਨਾਮਦੇਵ ਜੀ ਕਹਿ ਰਹੇ ਨੇ, ਗੁਰੂ ਗਿਆਨਦੇਵ, ਮੈਂ ਭਰਮਦਾ ਹੋਇਆ ਫਿਰਦਾ ਫਿਰਦਾ ਤੁਹਾਡੇ ਦੁਆਰੇ ਤੇ ਆਇਆ। ਆਪ ਜੀ ਮੇਰੇ ਤੇ ਕਿਰਪਾ ਕਰੋ ਤਾਂ ਕਿ ਮੈਨੂੰ ਸਮਝ ਪੈ ਜਾਵੇ। ਤੇ ਗੁਰੂ ਗਿਆਨਦੇਵ ਜੀ ਕਹਿਣ ਲੱਗੇ, ਕਹਿੰਦੇ ਤੂੰ ਫਿਰ ਕੀ ਆਖਦਾ, ਤੇਰਾ ਪ੍ਰਯੋਜਨ ਕੀ ਹੈ, ਤੂੰ ਕੀ ਕਹਿਣਾ ਚਾਹੁੰਦਾ ਸਾਨੂੰ ਆ ਕੇ। ਤੇ ਨਾਮਦੇਵ ਜੀ ਕਹਿਣ ਲੱਗੇ, ਪਿੰਧੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮਚੇ ਦੁਆਰਾ। ਮੈਂ ਭਰਮ ਕੇ ਭਟਕ ਕੇ ਤੁਹਾਡੇ ਦਰਵਾਜ਼ੇ ਤੇ ਆਇਆ ਗੁਰੂ ਗਿਆਨਦੇਵ ਜੀ। ਜਿਵੇਂ ਤੁਸੀਂ ਇਹ ਗੱਲ ਕਹੀ ਹੈ, ਪਿੰਧੀ ਉਬਕਲੇ ਸੰਸਾਰਾ, ਜਿਵੇਂ ਹਟਦੀਆਂ ਕਲਾ ਟਿੰਡਾਂ ਜਿਹੜੀਆਂ ਨੇ ਉਹ ਖੂਹ ਦੇ ਵਿੱਚ ਜਾਂਦੀਆਂ ਨੇ, ਕਦੇ ਥੱਲੇ ਜਾਂਦੀਆਂ ਕਦੇ ਉੱਪਰ ਜਾਂਦੀਆਂ, ਕਦੇ ਭਰ ਕੇ ਆਉਂਦੀਆਂ ਉੱਪਰ ਨੂੰ, ਕਦੇ ਖਾਲੀ ਜਾਂਦੀਆਂ ਥੱਲੇ ਨੂੰ। ਮੇਰਾ ਸਵਾਲ ਇਹ ਹੈ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਖੂਹ ਦੇ ਵਾਂਗ ਹੈ। ਇਹ ਜਿਹੜੀਆਂ ਸਾਡੇ ਸਰੀਰ ਨੇ ਇਹ ਟਿੰਡਾਂ ਦੇ ਵਾਂਗ ਨੇ। ਭਰ ਕੇ ਕੀ ਆਉਣਾ, ਜਿਹੜਾ ਪੁੰਨ ਕਰਨਾ ਹੈ, ਖਾਲੀ ਕੀ ਜਾਣਾ, ਜਿਹੜਾ ਪਾਪ ਕਰਨਾ ਹੈ। ਕਦੇ ਪੁੰਨ ਦੀ ਭਰ ਕੇ ਆ ਗਈ, ਪੁੰਨ ਜ਼ਿਆਦੇ ਹੋ ਗਿਆ, ਮਨੁੱਖਾ ਜਨਮ ਮਿਲ ਗਿਆ, ਸੁੱਖ ਵੀ ਮਿਲ ਗਿਆ, ਪੁੱਤਰਾਂ ਧੀਆਂ ਵੱਲੋਂ ਬੜਾ ਸੁੱਖ ਮਿਲਿਆ, ਪਰਿਵਾਰ ਵੱਲੋਂ ਮਿਲਿਆ। ਕਦੇ ਪੁੰਨ ਘਟ ਗਏ ਤੇ ਪੁੰਨ ਘਟਣ ਦੇ ਨਾਲ ਔਲਾਦ ਮਾੜੀ ਮਿਲ ਗਈ, ਪਰਿਵਾਰ ਮਾੜਾ ਮਿਲ ਗਿਆ, ਸਾਰੀ ਉਮਰ ਰੋਂਦਾ ਰਿਹਾ, ਦੁਖੀ ਹੋਇਆ ਰਿਹਾ। ਜਾਂ ਪੁੰਨ ਇੰਨੇ ਜ਼ਿਆਦੇ ਘਟ ਗਏ ਕਿ ਪਾਪ ਵੱਧ ਗਏ, ਪਾਪ ਵਧਣ ਦੇ ਨਾਲ ਕੋਈ ਜਨਮ ਹੀ ਇੱਦਾਂ ਦਾ ਮਿਲ ਗਿਆ, ਸੱਪ ਬਣ ਗਿਆ, ਕਿਰਲਾ ਬਣ ਗਿਆ, ਪਸ਼ੂ ਬਣ ਗਿਆ। ਇਹ ਹੈ ਸੰਸਾਰ ਵਿੱਚ ਆਉਣ ਦੀ ਇੱਕ ਰੀਤ, ਇੱਕ ਮਰਿਆਦਾ। ਜਿਵੇਂ ਖੂਹ ਦੀਆਂ ਟਿੰਡਾਂ ਖੂਹ ਵਿੱਚ ਚੱਲਦੀਆਂ ਨੇ, ਕਦੇ ਪਾਣੀ ਦੀਆਂ ਭਰ ਕੇ ਆਉਂਦੀਆਂ ਪਈਆਂ, ਕਦੇ ਖਾਲੀ ਜਾਂਦੀਆਂ ਪਈਆਂ, ਇਸੇ ਤਰ੍ਹਾਂ ਬੰਦਿਆ ਇਹ ਸੰਸਾਰ ਵੀ ਖੂਹ ਹੈ। ਆਪਾਂ ਜਿੰਨੇ ਸਰੀਰ ਆ ਇਹ ਖੂਹ ਦੀਆਂ ਟਿੰਡਾਂ ਹੀ ਹਾਂ। ਕਦੇ ਤੇ ਅਸੀਂ ਪੁੰਨਾਂ ਦੇ ਨਾਲ ਭਰ ਕੇ ਆਉਣੇ ਆ ਤੇ ਉੱਪਰ ਨੂੰ ਜਾਂਦੇ ਆ। ਕਿੱਧਰ ਨੂੰ ਜਾਂਦੇ ਆ? ਸਵਰਗਾਂ ਵੱਲ ਨੂੰ। ਜਿਆਦੇ ਪੁੰਨ ਹੋਣਗੇ ਸਵਰਗਾਂ ਵਿੱਚ ਚਲੇ ਜਾਵਾਂਗੇ। ਤੇ ਕਦੇ ਉਹ ਟਿੰਡਾਂ ਖਾਲੀ ਹੋ ਕੇ ਥੱਲੇ ਨੂੰ ਜਾਂਦੀਆਂ। ਖਾਲੀ ਹੋਣ ਤੋਂ ਭਾਵ ਹੈ ਵੀ ਸ਼ੁਭ ਕਰਮ, ਪੁੰਨ ਕਰਮ ਖਤਮ ਹੋ ਗਏ ਤੇ ਫਿਰ ਥੱਲੇ ਨੂੰ ਜਾਵਾਂਗੇ। ਕਿੱਧਰ ਨੂੰ ਜਾਵਾਂਗੇ? ਨਰਕਾਂ ਵੱਲ ਨੂੰ ਜਾਵਾਂਗੇ। ਨਾਮਦੇਵ ਜੀ ਕਹਿਣ ਲੱਗੇ, ਮੇਰਾ ਇਹ ਸਵਾਲ ਹੈ, ਮੈਂ ਭਰਮ ਦੇ ਵਿੱਚ ਪੈ ਗਿਆ ਵੀ ਜੇ ਸਾਰਿਆਂ ਵਿੱਚ ਪ੍ਰਮਾਤਮਾ ਹੈ ਤੇ ਫਿਰ ਸਵਰਗਾਂ ਵਿੱਚ ਜਾਣਾ, ਨਰਕਾਂ ਵਿੱਚ ਜਾਣਾ, ਜਨਮਾਂ ਵਿੱਚ ਜਾਣਾ, ਸੁੱਖ ਮਿਲਣਾ ਤੇ ਦੁੱਖ ਮਿਲਣਾ ਇਹ ਕਿਉਂ ਮਿਲਦਾ ਪਿਆ? ਇਹ ਮੇਰਾ ਸਵਾਲ ਹੈ। ਪਿੰਦੀ ਉਬਕਲੇ ਸੰਸਾਰਾ, ਪਿੰਦੀ ਖੂਹ ਦੀਆਂ ਟਿੰਡਾਂ ਖੂਹ ਵਿੱਚ ਚੱਲਦੀਆਂ ਪਈਆਂ, ਕਦੇ ਭਰ ਕੇ ਆਉਂਦੀਆਂ ਉੱਪਰ ਨੂੰ, ਕਦੇ ਖਾਲੀ ਜਾਂਦੀਆਂ ਥੱਲੇ ਨੂੰ। ਇਸੇ ਤਰ੍ਹਾਂ ਇਹ ਜੀਵ ਕਦੇ ਪੁੰਨਾਂ ਦੇ ਭਰ ਕੇ ਆਉਂਦੇ ਨੇ, ਇੱਥੇ ਵੀ ਨਜ਼ਾਰੇ ਲੈਂਦੇ, ਸੁੱਖ ਲੈਂਦੇ। ਜਦੋਂ ਸਰੀਰ ਛੱਡ ਕੇ ਜਾਣਗੇ ਸਵਰਗਾਂ ਵਿੱਚ ਜਾ ਕੇ ਵੀ ਸੁੱਖ ਲੈਣਗੇ, ਆਨੰਦ ਲੈਣਗੇ। ਤੇ ਕਦੇ ਉਹ ਟਿੰਡਾਂ ਦੇ ਵਾਂਗ ਖਾਲੀ ਹੋ ਗਏ, ਪੁੰਨ ਕਰਮ ਕੀਤਾ ਹੀ ਨਹੀਂ, ਪਾਪ ਹੀ ਕਰਦੇ ਰਹੇ, ਨਿੰਦਿਆ ਚੁਗਲੀ ਕਰਦੇ ਰਹੇ, ਮਾੜਾ ਕਰਮ ਕਰਦੇ ਰਹੇ। ਉਹਦੇ ਕਰਕੇ ਮਨੁੱਖਾ ਜਨਮ ਦੇ ਵਿੱਚ ਆ ਕੇ ਦੁੱਖ ਪਾਇਆ। ਜਾਂ ਫਿਰ ਮਨੁੱਖਾ ਜਨਮ ਮਿਲਿਆ ਹੀ ਨਹੀਂ, ਬਾਣੀ ਪਸ਼ੂ ਗਿਆ, ਪੰਛੀ ਬਣ ਗਿਆ ਤੇ ਥੱਲੇ ਨਰਕਾਂ ਨੂੰ ਤੁਰੇ ਗਿਆ। ਕਹਿਣ ਲੱਗੇ ਇਹ ਮੇਰੇ ਮਨ ਦੇ ਵਿੱਚ ਭਰਮ ਹੈ ਬੜਾ ਭਾਰੀ। ਜਦੋਂ ਇਹ ਬਚਨ ਆਖਿਆ ਨਾ ਨਾਮਦੇਵ ਨੇ ਤੇ ਗੁਰੂ ਗਿਆਨਦੇਵ ਸਮਝ ਗਏ ਵੀ ਇਹਦੀ ਹਾਲੇ ਅਵਸਥਾ ਉੱਥੇ ਨਹੀਂ ਪਹੁੰਚੀ ਹੈ, ਹਾਲੇ ਉਸ ਅਵਸਥਾ ਤੇ ਪਹੁੰਚਿਆ ਨਹੀਂ ਜਿਸ ਅਵਸਥਾ ਦੀ ਅਸੀਂ ਗੱਲ ਕਰਦੇ ਹਾਂ। ਉਹਨਾਂ ਨੇ ਪਰਖ ਕਰਨ ਵਾਸਤੇ ਫਿਰ ਨਾਮਦੇਵ ਨੂੰ ਪੁੱਛਿਆ, ਤੂੰ ਕੌਣ ਰੇ? ਤੂੰ ਕੌਣ ਹੈ? ਨਾਮਦੇਵ ਤੂੰ ਕੌਣ ਹੈ? ਤੂੰ ਕੀ ਨਿਸ਼ਚੈ ਕੀਤਾ? ਤੂੰ ਕੀ ਸੋਚਦਾ ਵੀ ਤੂੰ ਹੈ ਕੌਣ? ਤੇ ਨਾਮਦੇਵ ਜੀਆਂ ਨੇ ਸੁਣਿਆ ਬਚਨ, ਕਹਿਣ ਲੱਗੇ, ਮੈਂ ਜੀ ਨਾਮਾ ਹੋ ਜੀ, ਮੈਂ ਨਾਮਾ ਨਾਮ ਦਾ ਜੀਵ ਹਾਂ। ਭਾਵ ਕਿ ਅਜੇ ਆਪਣੇ ਸਰੀਰ ਦੇ ਨਾਲ ਤੇ ਅਜੇ ਆਪਣੇ ਨਾਮ ਦੇ ਨਾਲ ਹੀ ਜੁੜੇ ਹੋਏ। ਜੇ ਪ੍ਰਾਪਤੀ ਹੋਈ ਹੁੰਦੀ ਤੇ ਆਖਦੇ ਵੀ ਮੈਂ ਤੇ ਕੁਝ ਵੀ ਨਹੀਂ, ਸਾਰਿਆਂ ਥਾਵਾਂ ਤੇ ਪਰਮਾਤਮਾ, ਤੇ ਮੈਂ ਤੇ ਪਰਮਾਤਮਾ ਦੀ ਅੰਸ਼ ਹਾਂ। ਪਰ ਨਹੀਂ, ਜਦੋਂ ਗੁਰੂ ਗਿਆਨਦੇਵ ਨੇ ਪੁੱਛਿਆ ਤੂੰ ਕੌਣ ਰੇ, ਤੂੰ ਕੌਣ ਹੈ? ਨਾਮਦੇਵ ਜੀ ਕਹਿਣ ਲੱਗੇ, ਮੈਂ ਜੀ ਨਾਮਾ ਹੋ ਜੀ, ਮੈਂ ਨਾਮਾ ਰੂਪੀ ਜੀਵ ਹਾਂ। ਮੇਰੇ ਇਸ ਸਰੀਰ ਦਾ ਨਾਮ ਨਾਮਦੇਵ ਹੈ। ਜਦੋਂ ਇਹ ਬਚਨ ਕੀਤਾ ਕਿ ਉਸ ਵੇਲੇ ਫਿਰ ਗੁਰੂ ਗਿਆਨਦੇਵ ਥੋੜੇ ਨਾਰਾਜ਼ ਹੋ ਗਿਆ। ਕਹਿਣ ਲੱਗੇ, ਚੰਗਾ ਫਿਰ ਤੂੰ ਨਾਮਦੇਵ ਹੀ ਬਣਿਆ ਰਹੋ।
ਜਿੰਨੀ ਕੁ ਸਮਝੇ ਇੰਨੀ ਕੁ ਰੱਖ, ਫਿਰ ਤੇਰੇ ਨਾਲ ਅਸੀਂ ਬਚਨ ਨਹੀਂ ਕਰਾਂਗੇ। ਜਦੋਂ ਇਹ ਬਚਨ ਕਹਿ ਕੇ ਗੁਰੂ ਗਿਆਨਦੇਵ ਤੁਰਨ ਲੱਗੇ ਤੇ ਭਗਤ ਨਾਮਦੇਵ ਨੇ ਚਰਨ ਫੜ ਲੈ, ਕਹਿਣ ਲੱਗੇ ਨਾ ਜੀ, ਛੱਡ ਕੇ ਨਾ ਜਾਓ। ਆਲਾ ਤੇ ਨਿਵਾਰਨਾ ਜਮ ਕਾਰਨਾ। ਇਹ ਜਿਹੜਾ ਸੰਸਾਰ ਹੈ ਨਾ, ਜਮਾਂ ਦਾ ਘਰ ਹੈ, ਇਹਦੇ ਤੋਂ ਮੈਨੂੰ ਨਿਵਾਰਨਾ, ਬਚਾਓ, ਮੈਨੂੰ ਛੱਡ ਕੇ ਨਾ ਜਾਓ। ਆਲਾ ਕਹੀਏ ਘਰ, ਇਹ ਜਿਹੜਾ ਸੰਸਾਰ ਹੈ ਜਮਾਂ ਦਾ ਘਰ ਹੈ, ਇੱਥੇ ਜਮ ਨੇ ਆਉਣਾ ਹੀ ਆਉਣਾ। ਜਿੰਨਾ ਮਰਜ਼ੀ ਤੂੰ ਦਰਵਾਜ਼ਾ ਬੰਦ ਕਰ ਲਾ, ਕੋਈ ਕਿਸੇ ਦੇ ਘਰੇ ਨਹੀਂ ਜਾ ਸਕਦਾ, ਪਰ ਆਪਣੇ ਘਰੇ ਆਉਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਜਦੋਂ ਇਹ ਸੰਸਾਰ ਹੈ ਹੀ ਜਮਾਂ ਦਾ ਘਰ, ਤੂੰ ਜਿੰਨੇ ਮਰਜ਼ੀ ਦਰਵਾਜ਼ੇ ਬੰਦ ਕਰ ਲਾ। ਜਿਵੇਂ ਰਾਵਣ ਨੇ ਕਾਲ ਪਾਵੇ ਨਾਲ ਬੱਧਾ, ਹਰਨਾਕਸ਼ ਨੇ ਕਈ ਵਰ ਲਏ ਨੇ, ਅਫਲਾਤੂ ਨੇ ਆਪਣੇ ਵਰਗੇ ਬੁੱਤ ਬਣਾ ਲਏ। ਇਹ ਦਰਵਾਜ਼ੇ ਹੀ ਬੰਦ ਕਰਨੇ ਨੇ ਨਾ, ਮੌਤ ਨਾ ਆਵੇ। ਪਰ ਆਪਦੇ ਘਰ ਵਿੱਚ ਆਉਣ ਵਾਸਤੇ ਰੋਕਿਆ ਨਹੀਂ ਜਾ ਸਕਦਾ। ਇਹ ਸੰਸਾਰ ਹੈ ਹੀ ਜਮਾਂ ਦਾ ਘਰ, ਤੇ ਉਹਨਾਂ ਨੇ ਆਉਣਾ। ਆਲਾ ਤੇ ਨਿਵਾਰਨਾ ਜਮ ਕਾਰਨਾ। ਇਹ ਜਿਹੜਾ ਸੰਸਾਰ ਹੈ ਇਹ ਜਮਾਂ ਦਾ ਘਰ ਹੈ, ਇਹਦੇ ਤੋਂ ਮੈਨੂੰ ਨਿਵਾਰੋ, ਮੈਨੂੰ ਬਚਾਓ। ਜਦੋਂ ਇਹ ਬੇਨਤੀ ਕੀਤੀ ਤੇ ਫਿਰ ਗੁਰੂ ਗਿਆਨਦੇਵ ਦੇ ਮਨ ਵਿੱਚ ਪ੍ਰੇਮ ਪੈਦਾ ਹੋਇਆ ਵੀ ਚਲੋ ਇਹ ਬੱਚਾ ਹੈ, ਇਹਦੇ ਤੇ ਤਰਸ ਕਰੀਏ, ਇਹਦਾ ਭਲਾ ਕਰ ਦਈਏ। ਤੇ ਫਿਰ ਉਹਨਾਂ ਨੇ ਆਖਿਆ, ਕਹਿਣ ਲੱਗੇ ਨਾਮਦੇਵ, ਇਹ ਜਿਹੜੇ ਪ੍ਰਮਾਣ ਨੇ ਭਗਵਾਨ ਕ੍ਰਿਸ਼ਨ ਜੀ ਨੇ ਵੀ ਦਿੱਤੇ ਨੇ, ਉਪਦੇਸ਼ ਦਿੰਦਿਆਂ ਹੋਇਆ। ਆਲਾ ਤੇ ਨਿਵਾਰਨਾ ਜਮ ਕਾਰਨਾ। ਜਨਮ ਮਰਨ ਦੀ ਪ੍ਰਾਪਤੀ ਦਾ ਇਹ ਜੋ ਸੰਸਾਰ ਰੂਪੀ ਘਰ ਹੈ, ਇਹਦੇ ਤੋਂ ਕਹਿਣ ਲੱਗੇ ਬਚਾਉਣ ਵਾਲੇ ਕੇਸਵਾ ਹੈ। ਕੇਸਵਾ ਇੱਕ ਨਾਮ ਭਗਵਾਨ ਕ੍ਰਿਸ਼ਨ ਦਾ ਵੀ ਹੈ, ਕੇਸ਼ਵ ਉਹਨਾਂ ਨੂੰ ਆਖਿਆ ਜਾਂਦਾ। ਉਹਨਾਂ ਨੇ ਅਰਜਨ ਨੂੰ ਉਪਦੇਸ਼ ਦਿੱਤਾ, ਕਹਿਣ ਲੱਗੇ ਅਰਜਨ ਬਚਨ ਸੁਣ। ਬਚਨ ਇਹ ਹੈ, ਅਈਏ ਮਈਏ ਏਕ ਆਨ ਜੀਓ। ਅਈਏ ਤੋਂ ਭਾਵ ਗੁਰਮੁਖੋ ਆਪਣੇ ਵਿੱਚ, ਤੇ ਮਈਏ ਤੋਂ ਭਾਵ ਹੈ ਮੇਰੇ ਵਿੱਚ। ਐ ਕ੍ਰਿਸ਼ਨ ਮੇਰੇ ਵਿੱਚ ਤੇ ਆਪਣੇ ਵਿੱਚ, ਏਕ ਆਨ ਜੀਓ, ਇੱਕ ਪ੍ਰਮਾਤਮਾ ਨੂੰ ਲਿਆ। ਜਦੋਂ ਮਹਾਭਾਰਤ ਦਾ ਜੰਗ ਹੋਇਆ ਨਾ, ਤੇ ਕ੍ਰਿਸ਼ਨ ਨੇ ਹਥਿਆਰ ਅਰਜਨ ਨੇ ਹਥਿਆਰ ਸੁੱਟ ਦਿੱਤੇ ਵੀ ਮੈਂ ਜੰਗ ਨਹੀਂ ਕਰਾਂਗਾ। ਮੇਰੇ ਅੱਗੇ ਚਾਚੇ ਤਾਏ ਮਾਮੇ ਖਲੋਤੇ ਹੋਏ, ਮੇਰੇ ਗੁਰੂ ਖਲੋਤੇ ਹੋਏ, ਮੇਰੇ ਨਾਲ ਪੜ੍ਹਨ ਵਾਲੇ ਸਿੱਖਣ ਵਾਲੇ ਮੇਰੇ ਦੋਸਤ ਖਲੋਤੇ ਹੋਏ, ਮੈਂ ਨਹੀਂ ਲੜਾਂਗਾ। ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਐਸੀ ਮਾਇਆ ਰਚੀ ਵੀ ਸਾਰਾ ਸਮਾਂ ਇੱਕ ਥਾਂ ਤੇ ਖੜਾ ਕਰਕੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਸਾਰਿਆਂ ਦੇ ਸਿਰ ਲਾ ਦਿੱਤੇ। ਤੇ ਅਰਜਨ ਨੂੰ ਸਮਝਾਇਆ, ਕਹਿਣ ਲੱਗੇ ਅਰਜਨ ਇਹ ਮਰੇ ਹੋਏ ਨੇ, ਇਹ ਤੇ ਸਿਰਫ ਇੱਕ ਤੂੰ ਬਹਾਨਾ ਹੈ ਵੀ ਤੇਰੇ ਹੱਥੋਂ ਤੀਰ ਚੱਲੇਗਾ ਤੇ ਇਹਨਾਂ ਨੇ ਮਰ ਜਾਣਾ, ਪਰ ਇਹਨਾਂ ਦਾ ਸਮਾਂ ਪੂਰਾ ਹੋ ਗਿਆ ਤੇ ਮਿੱਟੀ ਦੇ ਬੁੱਤ ਤੇਰੇ ਅੱਗੇ ਖਲੋਤੇ ਨੇ, ਇਹਨਾਂ ਦਾ ਸਮਾਂ ਲਿਖਿਆ ਤੇਰੇ ਹੱਥੋਂ ਹੈ। ਇਹ ਤੈਨੂੰ ਲੜਨਾ ਪਵੇਗਾ, ਇੱਥੇ ਰਿਸ਼ਤੇਦਾਰੀ ਨਾ। ਹੁਣ ਯਾਦ ਕਰ ਪਰਮਾਤਮਾ ਦਾ ਹੁਕਮ, ਵੇਖ ਵੀ ਉਹਦੀ ਮਰਜ਼ੀ ਕੀ ਹੈ। ਇਸ ਤਰ੍ਹਾਂ ਸਮਝਾ ਕੇ ਫਿਰ ਅਰਜਨ ਨੂੰ ਹਥਿਆਰ ਚੁਕਾਏ ਤੇ ਫਿਰ ਉੱਥੇ ਸਮਝਾਇਆ, ਕਹਿਣ ਲੱਗੇ ਅਰਜਨ ਇਹ ਬਚਨ ਸੁਣ। ਅਈਏ ਮਈਏ, ਅਈਏ ਤੋਂ ਭਾਵ ਤੇਰੇ ਆਪਣੇ ਦੇ ਵਿੱਚ, ਮਈਏ ਤੋਂ ਭਾਵ ਮੇਰੇ ਵਿੱਚ, ਏਕ ਆਨ ਜੀਓ, ਇੱਕ ਪ੍ਰਮਾਤਮਾ ਨੂੰ ਲੈ ਕੇ ਆ ਵੀ ਪ੍ਰਮਾਤਮਾ ਹੀ ਇੱਕ ਹੈ, ਉਹਦੇ ਬਿਨਾਂ ਕੋਈ ਨਹੀਂ। ਇਹ ਇੱਕ ਅਰਥ ਜਿਹੜਾ ਹੈ ਨਾ ਉਹਨਾਂ ਨੇ ਬਖਸ਼ਿਸ਼ ਕੀਤਾ ਹੈ। ਤੇ ਦੂਜਾ ਬਚਨ ਉਸ ਵੇਲੇ ਫਿਰ ਬਖਸ਼ਿਸ਼ ਕਰਦੇ, ਕਹਿਣ ਲੱਗੇ ਅਈਏ ਤੋਂ ਭਾਵ ਪਰਮਾਤਮਾ। ਕੇਸ਼ਵਾ ਅਈਏ ਮਈਏ ਏਕ ਆਨ ਜੀਓ। ਕੇਸ਼ਵਾ ਕਹੀਏ ਪਰਮਾਤਮਾ। ਪਰਮਾਤਮਾ ਦੇ ਜਿਹੜੇ ਲਿਖੇ ਹੋਏ ਵੇਦਾਂ ਵਿੱਚ ਬਚਨ ਨੇ, ਉਹਨਾਂ ਬਚਨਾਂ ਵਿੱਚ ਲਿਖਿਆ, ਹੈ ਜੀਵ ਆਪਣੇ ਵਿੱਚ ਤੇ ਮੇਰੇ ਵਿੱਚ ਇੱਕ ਮੈਨੂੰ ਲੈ ਕੇ ਆ, ਫਰਕ ਨਾ ਜਾਣ। ਮਨ ਤੂੰ ਜੋਤ ਸਰੂਪ ਹੈ, ਹਰ ਹਰ ਜਨ ਦੋਈ ਏਕ ਹੈ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਇਹ ਭਗਵਾਨ ਨੇ ਵੇਦਾਂ ਵਿੱਚ ਵੀ ਆਖਿਆ ਵੀ ਇਹ ਜੀਵ ਆਪਣੇ ਵਿੱਚ ਤੇ ਮੇਰੇ ਵਿੱਚ ਭੇਦ ਨਾ ਜਾਣ। ਜਿੰਨਾ ਚਿਰ ਭੇਦ ਜਾਣਦਾ ਪਿਆ ਉਹਨਾਂ ਚਿਰ ਤੂੰ ਵੱਖਰਾ ਹੈ, ਜਦੋਂ ਭੇਦ ਖਤਮ ਕਰ ਲਵੇਂਗਾ ਤੂੰ ਮੇਰਾ ਰੂਪ ਹੋ ਜਾਏਗਾ। ਇਸੇ ਤਰ੍ਹਾਂ ਇੱਕ ਹੋਰ ਵੀ ਅਰਥ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕੇਸਵਾ ਜਿਹੜਾ ਅਕਾਲ ਪੁਰਖ ਹੈ, ਤੇ ਮਈਏ ਕਹੀਏ ਮੈਂ ਇੱਕ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਆਨ ਸ਼ਰਨ ਵਿੱਚ ਆ ਕੇ ਆਇਆ ਹਾਂ, ਮੈਨੂੰ ਸੰਸਾਰ ਵਿੱਚੋਂ ਬਚਾਉਣਾ ਕਰੋ। ਇਹ ਵੀ ਇੱਕ ਅਰਥ ਵਿਦਵਾਨ ਕਰਦੇ ਵੀ ਜਿਹੜਾ ਕੇਸਵਾ ਪਰਮਾਤਮਾ ਹੈ ਨਾ, ਕੇਸ਼ਵ,
ਉਹਦੇ ਅੱਗੇ ਅਰਦਾਸ ਕਰ, ਪ੍ਰਮਾਤਮਾ ਅਈਏ ਮੈਂ ਆਇਆ ਹਾਂ ਆਪ ਜੀ ਦੀ ਸ਼ਰਨ ਵਿੱਚ, ਤੇ ਮਈਏ ਮੇਰੇ ਤੇ ਕਿਰਪਾ ਕਰ, ਬਚਾਉਣੀ ਤੋਂ ਭਾਵ ਮੈਨੂੰ ਬਚਾ ਲੈ ਜਨਮਾਂ ਦੇ ਵਿੱਚੋਂ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਬੇਨਤੀ ਕਰ ਵੀ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਸਤਿਗੁਰੂ, ਮੈਨੂੰ ਜਨਮਾਂ ਤੋਂ ਬਚਾ ਲਓ, ਮੈਨੂੰ ਮੌਤ ਤੋਂ ਬਚਾ ਲਓ, ਮੈਂ ਸੰਸਾਰ ਵਿੱਚ ਨਹੀਂ ਆਉਣਾ ਚਾਹੁੰਦਾ। ਇਹ ਬੇਨਤੀ ਕਰ, ਇਹ ਬੇਨਤੀ ਵੀ ਤੇਰੀ ਪ੍ਰਵਾਨ ਹੋਵੇਗੀ। ਸੋ ਇਸ ਤਰ੍ਹਾਂ ਇਹ ਜਿਹੜਾ ਸ਼ਬਦ ਹੈ ਭਗਤ ਨਾਮਦੇਵ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤਾ। ਜਿਹੜੀਆਂ ਪਿਛਲੀਆਂ ਪੰਕਤੀਆਂ ਨੇ ਉਹਨਾਂ ਦੇ ਅਨਵੈ ਕਰਕੇ ਜਿਹੜੇ ਅਰਥ ਹਨ ਉਹ ਆਪਾਂ ਸਰਵਨ ਕੀਤੇ ਨੇ। ਸਤਿਗੁਰੂ ਰਹਿਮਤ ਕਰਨ, ਉਪਦੇਸ਼ ਸਾਡੇ ਹਿਰਦੇ ਵਸੇ, ਤਾਂ ਕਿ ਸਾਡਾ ਭਲਾ ਹੋਵੇ। ਜਿਉ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲੋ। ਪਿੰਦੇ ਉਪਕਲ ਸੰਸਾਰਾ, ਪਰਮ ਪਰਮ ਆਏ ਤੁਮਚੇ ਦੁਆਰਾ। ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।